ਚੜਨ ਵਾਲਿਓ ਹੱਕਾਂ ਦੀ ਪੇਟ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ, ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਇੱਕ ਦੋ ਪਿਆਰ ਦੇ ਹੰਝੂ ਬਹਾਣ ਲੱਗਿਆ, ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ, ਸਹੁੰ ਖਾਂਦੇ ਹਾਂ ਅਸੀਂ ਜਵਾਨੀਆਂ ਦੀ, ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ, ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ, ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ, ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ, ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ, ਖੇਡਣ ਜਾਣਦੇ ਹੜਾਂ ਦੀ ਹਿੱਕ ਅੰਦਰ ਤੇ ਸਿਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ, ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ, ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ, ਬਦਲੇ ਲੈ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ, ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ, ਬਦਲੇ ਲੈ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ, ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ ਤੇ ਵੇਲੜ ਵੱਗ ਨਹੀਂ ਖੇਤਾਂ ਵਿੱਚ ਵੜਨਾ ਦੇਣਾ, ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ਨੂੰ ਅਸੀਂ ਲੁੱਟਦਾ ਤਾਪ ਨਾ ਚੜਨ ਦੇਣਾ, ਸਾਨੂੰ ਜ਼ਿੰਦਗੀ ਪਿਆਰੀ ਨਾਲੋਂ ਪਰਦੇਸ਼ ਤੋਂ ਪਿਆਰੇ ਇਹਦੇ ਲੋਕ ਕਹਾਣੀਆਂ ਅਸੀਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਅਸੀਂ ਤੋੜ ਦੇਣੀ, ਰੁੱਸੀਆਂ ਬਹਾਰਾਂ ਅਸੀਂ ਮੋੜ ਕੇ ਲਿਆਉਣੀਆਂ ਨੇ, ਆਖਦੇ ਨੇ ਲੋਕੀ ਹਿੱਕਾਂ ਠੋ ਕਹਾਣੀਆਂ, ਹੜ ਲੋਕਤਾ ਦਾ ਕਿਹੜਾ ਸਕੂਰੋ ਕਹਾਣੀਆਂ, ਹੜ ਲੋਕਤਾ ਦਾ ਬਈ ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ, ਰੱਜਣਗੇ ਕਿਰਤੀ ਕਿਸਾਨ ਮੁੜ ਕੇ, ਜਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜ ਕੇ, ਜਰਾ ਹੱਲਾ ਮਾਰੋ, ਸਾਡੀ ਪੈਲੀਆਂ ਦਾ ਨੂਰ ਚੜੇ ਵੇਖ ਕੇ ਸਰੂਰ, ਤੋੜ ਦੇਣਾ ਏ ਗੁਰੂਰ ਤੇਰਾ ਚੋਰ ਵੇਲੜਾ, ਹੁਣ ਚੱਲਣਾ ਨੀ ਤੇਰਾ ਕੋਈ ਜੋਰ ਵੇਲੜਾ, ਹੁਣ ਚੱਲਣਾ ਨੀ, ਵੇਲੜਾ ਨੇ ਮਾਣਿਆ ਸਵਾਦ
ਅਸੀਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਅਸੀਂ ਤੋੜ ਦੇਣੀ सजन जी पीड़ा विकने आया किसे ना हास कराई बोनी किसे ना हास कराई बोनी किसे ना चोली पाया पीड़ा विकने आया सजन जी पीड़ा विकने आया उमरों लम्मे आस दे पेंडे असी विचों दी होए पब्बा हेठा चीकण सावा सुपने दी अदमोए उमरों लम्मे आस दे पेंडे असी विचों दी होए पब्बा हेठा चीकण सावा सुपने दी अदमोए जुस्से आत परेणा बजियां जुस्से आत परेणा बजियां किसे न मल मालाया पीड़ा बिकने आया सजन अज पीड़ा बिकने ਤੋੜ ਕੇ ਮਜਬੂਰੀਆਂ ਦੇ ਸੰਗਲਾਂ ਨੂੰ ਆਦਤੋਂ ਜ਼ੁਲਮ ਦੇ ਗਲ ਸੰਗਲੀ ਪਾਉਂਦੇ ਰਹੇ ਨੇ ਲੋਕ ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ ਦਹਿਕ ਤੇ ਅੰਗਿਆਰਾਂ ਤੇ ਸੌਂਦੇ ਰਹੇ ਨੇ ਲੋਕ ਤੋ ਸਾਰੇ ਹੀ ਸੁਣਨ ਵਾਲੇ ਸਾਥੀਆਂ ਦਾ ਸਵਾਗਤ ਹੈ ਅੱਜ ਦੇ ਰੇਡੀਓ ਇਨਕਲਾਬ ਵਿੱਚ ਇਨਕਲਾਬੀ ਕਵੀ ਪਾਸ਼ ਦੀਆਂ ਇਹਨਾਂ ਸਤਰਾਂ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਟੌਪਿਕ ਵੀ ਕੁਝ ਇਸ ਕਿਸਮ ਦੇ ਰਹਿਣਗੇ ਕਿ ਦਹਿਕ ਦੇ ਅੰਗਿਆਰਾਂ ਤੇ ਸੌਂਦੇ ਰਹੇ ਨੇ ਲੋਕ ਤੋ ਭਾਰਤੀ ਜੀ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ ਸਟੂਡੀਓ ਵਿੱਚ ਦੋਸਤੋ ਸਲਾਮ ਆਖਦਾ ਤੋ ਸਭ ਤੋਂ ਪਹਿਲਾਂ ਮੇਰੇ ਖਿਆਲ ਭਾਰਤੀ ਜੀ ਇੱਕ ਵਾਰੀ ਫੇਰ ਸਾਨੂੰ ਮਾਫੀ ਮੰਗਣੀ ਪਏਗੀ ਕਿ ਆਕਲੈਂਡ ਦੀ ਜਿਹੜੀ ਟ੍ਰੈਫਿਕ ਹੈ ਇਹ ਦਿਨ ਬ ਦਿਨ ਵੱਧਦੀ ਜਾ ਰਹੀ ਹੈ ਅਸੀਂ ਹਾਲਾਂਕਿ ਅੱਜ ਥੋੜਾ ਪਿਛਲੇ ਸੋਮਵਾਰ ਨਾਲ ਜਲਦੀ ਤੁਰੇ ਸਾਂ ਘਰੋਂ ਪਰ ਫਿਰ ਵੀ ਲੇਟ ਹੋ ਗਏ ਟ੍ਰੈਫਿਕ 'ਚ ਖੈਰ ਉਹਦੇ ਤੇ ਸਾਡਾ ਕੋਈ ਇਖਤਿਆਰ ਨਹੀਂ ਹੈ ਜੀ ਤੋ ਅੱਜ ਦੇ ਰੇਡੀਓ ਇਨਕਲਾਬ ਵਿੱਚ ਜਿਹੜੀਆਂ ਅਸੀਂ ਗੱਲਾਂ ਬਾਤਾਂ ਕਰਨੀਆਂ ਨੇ ਇੱਕ ਤੇ ਪਿਛਲੇ ਹਫਤੇ ਜਿਹੜੀ ਰਿਚਰਡ ਵੋਲਫ ਹੋਰਾਂ ਦੀ ਸਪੀਚ ਹੈ ਕੈਪੀਟਲਿਜ਼ਮ ਮੋਡ ਆਫ ਪ੍ਰੋਡਕਸ਼ਨ ਵਰਸਸ ਕੋਆਪਰੇਟਿਵ ਜਿਹੜਾ ਸਿਸਟਮ ਹੈ ਉਹਦੀ ਉਹ ਜਿਹੜੀ ਅਗਲੀ ਸੋਲੂਸ਼ਨ ਦੀ ਗੱਲਬਾਤ ਉਹ ਦਿੰਦੇ ਨੇ ਸੋਲੂਸ਼ਨ ਪ੍ਰਪੋਜ਼ ਕਰਦੇ ਨੇ ਉਹਦੇ ਅਸੀਂ ਸ਼ੁਰੂਆਤ ਕਰਾਂਗੇ ਔਰ ਪਿਛਲੇ ਹਫਤੇ ਅਸੀਂ ਇੱਕ ਨਵਾਂ ਸਿਲਸਿਲਾ ਸ਼ੁਰੂ ਕੀਤਾ ਹੈ ਕਿ ਜਸਵੰਤ ਸਿੰਘ ਖਾਲੜਾ ਸ਼ਹੀਦ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਜਿਹੜੀ ਸਾਰੀ ਖੋਜ ਸੀ ਉਹ ਇੱਕ ਪੁਸਤਕ ਦੇ ਰੂਪ ਵਿੱਚ ਪ੍ਰਿੰਟ ਕੀਤੀ ਗਈ ਹੈ ਰਿਡਿਊਸ ਟੂ ਐਸ਼ਜ਼ ਜਿਹਦਾ ਨਾਂ ਹੈ ਕਾਫੀ ਵਾਰੀ ਅਸੀਂ ਉਹਦੀ ਡਿਟੇਲ ਵੀ ਦੇ ਚੁੱਕੇ ਹਾਂ ਇਸ ਪ੍ਰੋਗਰਾਮ ਵਿੱਚ ਤੇ ਪਿਛਲੇ ਹਫਤੇ ਅਸੀਂ ਉਹਦੇ ਵਿੱਚੋਂ ਇੱਕ ਕੇਸ ਸਟੱਡੀ ਸ਼ੇਅਰ ਕੀਤੀ ਸੀ ਆਪਣੇ ਸਰੋਤਿਆਂ ਨਾਲ ਤੋ ਉਸੇ ਕਿਸਮ ਦੇ ਇੱਕ ਹੋਰ ਕੇਸ ਦੀ ਅੱਜ ਗੱਲਬਾਤ ਕਰਾਂਗੇ ਔਰ ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਕਰਦੇ ਹਾਂ ਮਾਈਗ੍ਰੈਂਟ ਵਰਕਰਸ ਦੀ ਗੱਲਬਾਤ ਤੋਂ ਕਾਫੀ ਵਾਰੀ ਗੱਲ ਹੁੰਦੀ ਹੈ ਕਿ ਇੱਥੇ ਖਾਸ ਤੌਰ ਤੇ ਜਿਹੜੇ ਵਿਦਿਆਰਥੀ ਆਉਂਦੇ ਨੇ ਉਹਨਾਂ ਦਾ ਆਪਣੇ ਕੰਮਾਂ-ਕਾਰਾਂ ਵਿੱਚ ਕਾਫੀ ਸ਼ੋਸ਼ਣ ਹੁੰਦਾ ਹੈ ਜੀ ਅਲੱਗ-ਅਲੱਗ ਇੰਡਸਟਰੀਜ਼ ਵਿੱਚ ਤੋ ਉਹਦੀ ਇੱਕ ਰਿਸਰਚ ਹਲੇ ਉਹ ਪਬਲਿਸ਼ ਨਹੀਂ ਹੋਈ ਹੈ ਪਰ ਜਲਦੀ ਹੋ ਜਾਏਗੀ ਯੂਨੀਵਰਸਿਟੀ ਆਫ ਆਕਲੈਂਡ ਵਿੱਚ ਨੇ ਜੀ ਡਾਕਟਰ ਫ੍ਰਾਂਸਿਸ ਕੋਲਿੰਸ ਉਹਨਾਂ ਦੀ ਇੱਕ ਪ੍ਰੈਜੈਂਟੇਸ਼ਨ ਸੀ ਬੀਤੇ ਸ਼ੁੱਕਰਵਾਰ ਜਿਹੜਾ ਕਿ ਮੈਨੂੰ ਵੀ ਅਟੈਂਡ ਕਰਨ ਦਾ ਮੌਕਾ ਮਿਲਿਆ ਤੋ ਉਹ ਜਿਹੜੀਆਂ ਗੱਲਾਂ ਬਾਤਾਂ ਮੈਨੂੰ ਲੱਗਦਾ ਕਿ ਕਾਫੀ ਹੱਦ ਤੱਕ ਸਾਨੂੰ ਪਤਾ ਨੇ ਜਾਂ ਖਾਸ ਕਰਕੇ ਜਿਹੜੇ ਸਾਡੇ ਮਾਈਗ੍ਰੈਂਟ ਕਿਰਤੀ ਲੋਕ ਨੇ ਉਹ ਜਿਹੜੀਆਂ ਗੱਲਾਂ ਬਾਤਾਂ ਹੰਡਾਉਂਦੇ ਨੇ ਉਹੋ ਹੀ ਨੇ ਉਹਨਾਂ ਦੀ ਖੋਜ ਵਿੱਚ ਪਰ ਉਹਨਾਂ ਨੇ ਉਹ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਆંકੜੇ ਜੋੜੇ ਨੇ ਜੀ ਕਾਫੀ ਸਾਰਾ ਡੇਟਾ ਉਹਨਾਂ ਨੇ ਕਲੈਕਟ ਕੀਤਾ ਹੈ ਕਰੀਬ 900 ਦੇ ਕਰੀਬ
ਲੋਕਾਂ ਨੂੰ ਉਹਨਾਂ ਨੇ ਇੰਟਰਵਿਊ ਕੀਤਾ ਜਿਹਦੇ ਵਿੱਚ ਸਿਰਫ ਸਟੂਡੈਂਟ ਨਹੀਂ ਸਨ ਉਹਦੇ ਚ ਵਰਕ ਵੀਜ਼ਾ ਹੋਲਡਰ ਵੀ ਸਨ ਔਰ ਯੂਰਪ ਤੋਂ ਖਾਸ ਕਰਕੇ ਕਾਫੀ ਇੱਥੇ ਯੁਵਾ ਪੀੜ੍ਹੀ ਦੇ ਜਿਹੜੇ ਲੋਕ ਨੇ ਆਉਂਦੇ ਨੇ ਉਹ ਵਰਕਿੰਗ ਹੌਲੀਡੇ ਵੀਜ਼ਾ ਇੱਕ ਦਿੱਤਾ ਜਾਂਦਾ ਹੈ ਯੂਰਪ ਦੇ ਕਾਫੀ ਸਾਰੇ ਦੇਸ਼ਾਂ ਨੂੰ ਸੋ ਉਹ ਵੀ ਉਹਦੇ ਚ ਸ਼ਾਮਲ ਸਨ ਤੋ ਕਾਫੀ ਮਿਕਸਡ ਜਿਹੜਾ ਗਰੁੱਪ ਹੈ ਉਹਨਾਂ ਨੇ ਇੰਟਰਵਿਊ ਕੀਤਾ ਔਰ ਮੋਟੇ ਤੌਰ ਤੇ ਜੋ ਉਹਨਾਂ ਦੀਆਂ ਫਾਈਂਡਿੰਗਸ ਨੇ ਅਗਰ ਉਹਨਾਂ ਦੀ ਮੈਂ ਗੱਲ ਕਰਾਂ ਤੋ ਜਿਹੜੇ ਭਾਰਤ ਤੋਂ ਵਿਦਿਆਰਥੀ ਆਉਂਦੇ ਨੇ ਸਭ ਤੋਂ ਘੱਟ ਪਰ ਆਵਰ ਰੇਟ ਜਿਹੜਾ ਉਹਨਾਂ ਨੂੰ ਮਿਲਦਾ ਹੈ ਇਹ ਬਹੁਤ ਇੱਕ ਉੱਭਰ ਕੇ ਉਹਨਾਂ ਦੀ ਖੋਜ ਚੋਂ ਗੱਲ ਆਈ ਹੈ ਹੋਰ ਦੇਸ਼ਾਂ ਤੋਂ ਮੈਂ ਕਿਹਾ ਸੈਕੰਡ ਨੰਬਰ ਤੇ ਚਾਈਨਾ ਤੋਂ ਇੱਥੇ ਵਿਦਿਆਰਥੀ ਆਉਂਦੇ ਨੇ ਉਹਨਾਂ ਨੂੰ ਥੋੜੀ ਬਿਹਤਰ ਪੇ ਮਿਲਦੀ ਹੈ ਪਰ ਭਾਰਤੀ ਸਟੂਡੈਂਟਸ ਜਿਹੜੇ ਨੇ ਉਹਨਾਂ ਨੂੰ ਸਭ ਤੋਂ ਘੱਟ ਪੇ ਮਿਲਦੀ ਹੈ ਔਰ ਸਭ ਤੋਂ ਜ਼ਿਆਦਾ ਸਟੂਡੈਂਟਸ ਜਿਹੜੇ ਨੇ ਉਹ ਕੰਮ ਕਰਦੇ ਨੇ ਰਿਟੇਲ ਵਿੱਚ ਰਿਟੇਲ ਦੇ ਵਿੱਚ ਤੁਹਾਡੇ ਫਾਸਟ ਫੂਡ ਇੰਡਸਟਰੀ ਆ ਜਾਂਦੀ ਹੈ ਹੌਸਪਿਟੈਲਿਟੀ 'ਚ ਵੀ ਬਹੁਤ ਕੰਮ ਕਰਦੇ ਨੇ ਜਿਸ 'ਚ ਤੁਹਾਡੇ ਰੈਸਟੋਰੈਂਟਸ ਵਗੈਰਾ ਆ ਜਾਂਦੇ ਨੇ ਹੋਟਲਸ ਆਉਂਦੇ ਨੇ ਸੋ ਇਹ ਜਿਹੜਾ ਖੇਤਰ ਹੈ ਇਹਦੇ ਵਿੱਚ ਸਭ ਤੋਂ ਜ਼ਿਆਦਾ ਵਿਦਿਆਰਥੀ ਕੰਮ ਕਰਦੇ ਨੇ ਔਰ ਦੂਜੀ ਜਿਹੜੀ ਇੱਕ ਉੱਭਰ ਕੇ ਗੱਲ ਆਈ ਉਹ ਵੀ ਪਹਿਲਾਂ ਕਾਫੀ ਹੱਦ ਤੱਕ ਪਤਾ ਸੀਗਾ ਪਰ ਉਹਦੇ ਆਲੇ ਦੁਆਲੇ ਕੋਈ ਸਟੈਟਿਸਟਿਕ ਜਾਂ ਆંકੜਾ ਨਹੀਂ ਸੀ ਸਾਡੇ ਕੋਲ ਕਿ ਜਿਹੜੇ ਵਿਦਿਆਰਥੀ ਆਉਂਦੇ ਨੇ ਸਾਰੇ ਹੀ ਦੇਸ਼ਾਂ ਤੋਂ ਉਹਨਾਂ ਨੇ ਇਕੱਠੇ ਕਰ ਦਿੱਤੇ ਸਿਰਫ ਭਾਰਤ ਨਹੀਂ ਸਭ ਤੋਂ ਜ਼ਿਆਦਾ ਜਿਹੜੀ ਉਹ ਪੜ੍ਹਾਈ ਇੱਥੇ ਕਰਨ ਆਉਂਦੇ ਨੇ ਉਹ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਕਰਨ ਆਉਂਦੇ ਨੇ 50% ਤੋਂ ਉੱਪਰ ਵਿਦਿਆਰਥੀ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਕਰਦੇ ਨੇ ਇੱਥੇ ਆ ਕੇ ਪਰ ਉਸੇ ਹੀ ਗ੍ਰਾਫ 'ਚ ਉਹਨਾਂ ਨੇ ਸਾਨੂੰ ਦਿਖਾਇਆ ਕਿ ਜਿਹੜੀਆਂ ਜੌਬਸ ਨੇ ਇੱਥੇ ਉਹਨਾਂ ਵਿਦਿਆਰਥੀਆਂ ਚੋਂ ਜਾਂ ਟੋਟਲ ਜਿਹੜੀਆਂ ਨਿਊਜ਼ੀਲੈਂਡ 'ਚ ਮੈਨੇਜਮੈਂਟ ਦੀਆਂ ਜੌਬਸ ਨੇ ਉਹ ਸਾਰੀਆਂ ਉਹਨਾਂ ਨੇ ਮੇਨ ਇੰਡਸਟਰੀਜ਼ ਨੂੰ ਕੰਪੇਅਰ ਕੀਤਾ ਹੋਇਆ ਸੀਗਾ ਮੈਨੇਜਮੈਂਟ 'ਚ ਸਿਰਫ ਕੋਈ 10% ਜੌਬਸ ਨੇ ਸੋ ਮੇਰਾ ਉਹਨਾਂ ਨੇ ਬਾਅਦ ਚ ਓਪਨ ਡਿਸਕਸ਼ਨ ਵੀ ਰੱਖੀ ਉਹ ਆਪਣੀ ਪ੍ਰੈਜੈਂਟੇਸ਼ਨ ਤੋਂ ਬਾਅਦ ਤੋ ਮੈਂ ਜਿਹੜਾ ਆਪਣਾ ਸੁਝਾਅ ਉਹਨਾਂ ਨੂੰ ਦਿੱਤਾ ਕਿਉਂਕਿ ਉਹ ਫਰਦਰ ਕੰਮ ਕਰਨਾ ਚਾਹੁੰਦੇ ਨੇ ਇਹ ਸਾਰੀ ਇਨਫੋਰਮੇਸ਼ਨ ਨੂੰ ਲੈ ਕੇ ਕੋਈ ਨਾ ਕੋਈ ਉਹ ਪ੍ਰੈਕਟੀਕਲ ਪੋਜ਼ਿਟਿਵ ਕੋਈ ਆਊਟਕਮ ਚਾਹੁੰਦੇ ਨੇ ਤੋ ਮੇਰਾ ਸੁਝਾਅ ਇਹ ਸੀਗਾ ਕਿ ਅਗਰ ਸਿਰਫ 10% ਹੀ ਜੌਬਸ ਨੇ ਮੈਨੇਜਮੈਂਟ 'ਚ ਸੋ ਉਹ ਜਿਹੜੇ ਕੋਰਸ ਨੇ ਮੈਨੇਜਮੈਂਟ ਤੇ ਉਹਨਾਂ ਤੇ ਫਿਰ ਬਹੁਤ ਜ਼ਿਆਦਾ ਸਟ੍ਰਿਕਟ ਕੰਟਰੋਲ ਚਾਹੀਦਾ ਹੈ ਕਿ ਕਿੰਨੇ ਕੁ ਸਟੂਡੈਂਟਸ ਨੂੰ ਉਹ ਕੋਰਸ ਆਫਰ ਕੀਤਾ ਜਾਏ ਔਰ ਕਿੰਨੇ ਕੁ ਜਿਹੜੇ ਕਾਲਜ ਜਾਂ ਇੰਸਟੀਟਿਊਸ਼ਨਸ ਨੇ ਉਹ ਕੋਰਸ ਨੂੰ ਆਫਰ ਕਰ ਸਕਦੇ ਨੇ ਹਾਂਜੀ ਅਨੂ ਜੀ ਗੱਲ ਬੜੀ ਕੰਪਲਿਕੇਟਡ ਹੈ ਕਿ ਪਹਿਲੀ ਗੱਲ ਤੇ ਆਪਾਂ ਇਹ ਜਾਣ ਲਈਏ ਕਿ ਜਿਹੜੇ ਵੀ ਸਟੂਡੈਂਟ ਵੀਰ ਭੈਣ ਇੱਥੇ ਆ ਰਹੇ ਨੇ ਉਹ ਇਕਨੋਮਿਕ ਮਾਈਗ੍ਰੈਂਟ ਨੇ ਐਜੂਕੇਸ਼ਨ ਵਾਸਤੇ ਹਾਂਜੀ ਉਹ ਸਾਰੀਆਂ ਗੱਲਾਂ ਵੀ ਡਿਸਕਸ ਉੱਥੇ ਹੋਈਆਂ ਸੈਕੰਡਲੀ ਜਿਹੜੀ ਗੱਲ ਹੈਗੀ ਹੈ ਕਿ ਜਿਹੜੇ ਕਾਲਜ ਨੇ ਜਿਨ੍ਹਾਂ ਦੇ ਵਿੱਚ ਮੈਨੇਜਮੈਂਟ ਦੇ ਕੋਰਸ ਹੈ ਹਾਂਜੀ ਉਹ ਹੀ ਸਸਤੇ ਕਾਲਜ ਨੇ ਹਾਂਜੀ ਔਰ ਉਹ ਏਜੰਟਸ ਦਾ ਵੀ ਉਹਨਾਂ ਦਾ ਕਮਿਸ਼ਨ ਸਭ ਤੋਂ ਜ਼ਿਆਦਾ ਹੈ ਹੁਣ ਇੱਥੇ ਜਿਹੜੇ MIT ਹੋ ਗਿਆ ਜਾਂ ਆਕਲੈਂਡ ਯੂਨੀ ਹੋ ਗਿਆ ਜਾਂ ਯੂਨੀਟੈਕ ਹੋ ਗਿਆ ਸੋ ਔਰ ਉਹਦੇ ਵਿੱਚ ਥੋੜਾ ਜਿਹਾ ਫਾਲਟ ਜਿਹੜੇ ਸਟੂਡੈਂਟ ਵੀਰ ਭੈਣ ਆ ਰਹੇ ਨੇ ਉਹਨਾਂ ਦਾ ਵੀ ਹੈ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਰਿਕੁਆਇਰਮੈਂਟ ਨੇ ਖਾਸ ਕਰਕੇ ਜਿਹੜਾ IELTS ਦੀ ਟੈਸਟ ਵਾਸਤੇ ਉਹ ਵੀ ਹਾਇਰ ਨੇ ਸੈਕੰਡਲੀ ਉਹਨਾਂ ਦੀਆਂ ਫੀਸਾਂ ਵੀ ਹਾਇਰ ਨੇ ਚਲੋ ਫੀਸਾਂ ਦੀ ਤੇ ਆਪਾਂ ਗੱਲ ਮੰਨ ਸਕਦੇ ਹਾਂ ਕਿ ਜਿਹੜੇ ਪਹਿਲਾਂ ਹੈ ਹੀ ਇਕਨੋਮਿਕ ਮਾਈਗ੍ਰੈਂਟ ਨੇ ਜਾਂ ਵਰਕਰ ਨੇ ਤੇ ਉਹ ਤੇ ਅਫੋਰਡ ਕਰ ਹੀ ਨਹੀਂ ਸਕਦੇ ਜ਼ਿਆਦਾ ਫੀਸ ਸੋ ਬੜਾ ਕੰਪਲਿਕੇਟਡ ਹੈ ਇਹ ਸਾਰਾ ਸਿਸਟਮ ਪਰ ਐਨੀਵੇ ਜਿਹੜਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਵੀ ਉਹ ਇੱਥੇ ਪਹੁੰਚੇ ਨੇ ਇਸ ਮੁਲਕ ਦੇ ਵਿੱਚ ਉਹ ਕੰਮ ਕਰਦੇ ਨੇ ਤੇ ਉਹਨਾਂ ਨੂੰ ਇਸ ਮੁਲਕ ਦੇ ਵਿੱਚ ਜਿੰਨੀ ਮਿਨੀਮਮ ਵੇਜ ਜਿਹੜੀ ਤੈਅ ਕੀਤੀ ਗਈ ਆ ਉਹ ਜ਼ਰੂਰ ਮਿਲਣੀ ਚਾਹੀਦੀ ਹੈ ਸੋ ਉਹ ਵੀ ਇੱਕ ਜਿਹੜੀ ਅਨੂ ਜੀ ਤੁਸੀਂ ਟ੍ਰੇਨਿੰਗ ਵਾਲੀ ਗੱਲ ਕਰਦੇ ਸੀ ਉਹ ਬੜੀ ਇੰਪੋਰਟੈਂਟ ਹਾਂਜੀ ਔਰ ਉਸ ਤੋਂ ਇਲਾਵਾ ਸਾਰਿਆਂ ਨੂੰ ਰਿਕੁਐਸਟ ਹੈ ਕਿ ਅੱਜ ਰੇਡੀਓ ਨੈਸ਼ਨਲ ਨਿਊਜ਼ੀਲੈਂਡ ਜਿਹੜਾ ਕਿ ਮੇਰੇ ਖਿਆਲ 756 AM ਸਧਾਰਨ ਰੇਡੀਓ ਤੇ ਚੱਲਦਾ 755 ਹਾਂਜੀ FM ਦੀ ਮੈਂ ਫ੍ਰੀਕੁਐਂਸੀ ਭੁੱਲ ਗਈ ਹਾਂ ਉਹਨਾਂ ਦੀ ਵੈਬਸਾਈਟ ਵੀ ਹੈ ਤੋ ਇਸ ਵਕਤ ਸ਼ਾਇਦ ਚੱਲ ਰਿਹਾ ਹੋਏਗਾ ਪ੍ਰੋਗਰਾਮ ਉਹ 5 ਤੋਂ 5:30 ਦੇ ਦਰਮਿਆਨ ਚੈੱਕ ਪੁਆਇੰਟ ਨਾਮ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਥੋੜੀ ਗੱਲਬਾਤ ਹੈਗੀ ਹੈ ਮਾਈਗ੍ਰੈਂਟ ਵਰਕਰਸ ਦੀ ਕਿਉਂਕਿ ਮੇਰੇ ਖਿਆਲ ਬੀਤੇ ਕੱਲ ਹੀ ਆਈ ਹੈ ਖਬਰ ਨਿਊਜ਼ੀਲੈਂਡ ਹੈਰਲਡ ਵਿੱਚ ਸੀਗੀ ਕਿ ਇੱਥੋਂ ਦਾ ਜਿਹੜਾ ਲੇਬਰ ਇੰਸਪੈਕਟੋਰੇਟ ਹੈ ਉਹਨਾਂ ਨੂੰ ਬਜਟ 'ਚ ਐਲੋਕੇਟ ਕੀਤਾ ਗਿਆ ਸੀ ਜੀ $32 ਮਿਲੀਅਨ ਤਾਂ ਕਿ ਉਹ ਜਿਹੜੀ ਐਮਪਲੋਇਮੈਂਟ ਦੀਆਂ ਮਿਨੀਮਮ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਹੋਰ ਜ਼ਿਆਦਾ ਇਨਫੋਰਸ ਕਰ ਸਕਣ ਉਹ ਸਾਰੀ ਗੱਲਬਾਤ ਨੂੰ ਤੋ $1.4 ਮਿਲੀਅਨ ਜਿਹੜਾ ਵਰਤਿਆ ਗਿਆ ਹੈ ਇੱਕ ਨਵੀਂ ਟੀਮ
ਕਾਇਮ ਕਰਨ ਲਈ, ਜਿਹਦੇ ਵਿੱਚ ਕਿ 10 ਐਕਸਟਰਾ ਸਟਾਫ ਮੈਂਬਰ ਨੇ। ਲੇਬਰ ਇੰਸਪੈਕਟਰ ਤੇ ਆਲਰੇਡੀ ਹੈ ਹੀ ਹੈ ਨੇ, ਉਸ ਤੋਂ ਇਲਾਵਾ 10 ਸਟਾਫ ਮੈਂਬਰ ਹੋਰ ਉਹਨਾਂ ਨੂੰ ਐਲੋਕੇਟ ਕੀਤੇ ਗਏ ਨੇ। ਤਾਂ ਉਸ ਖਬਰ ਨੂੰ ਮੱਦੇਨਜ਼ਰ ਰੱਖਦੇ ਹੋਇਆ ਇੱਕ ਛੋਟੀ ਜੀ ਇੰਟਰਵਿਊ ਹੈ ਮੇਰੀ ਅੱਜ ਦੇ ਪ੍ਰੋਗਰਾਮ 'ਚ। ਤਾਂ ਉਹਦੇ ਵਿੱਚ ਜਿਹੜੀ ਗੱਲਬਾਤ ਇਹ ਕਿ ਇੱਕ ਨਵਾਂ ਰੁਝਾਨ ਤੁਰ ਪਿਆ ਹੈ। ਖਾਸ ਮੈਂ ਆਪਣੇ ਸਰਕਲ 'ਚ ਹੀ ਕਾਫੀ ਲੋਕਾਂ ਕੋਲੋਂ ਸੁਣ ਚੁੱਕੀ ਹਾਂ ਕਿ ਹੁੰਦਾ ਕੀ ਹੈ ਕਿ ਕਿਤੇ ਨੌਕਰੀ ਮਿਲ ਗਈ ਹੈ ਸਟੂਡੈਂਟ ਨੂੰ, ਤਾਂ ਉਹਨੂੰ ਹਫਤਾ 2 ਹਫਤੇ ਟ੍ਰੇਨਿੰਗ ਦੇ ਨਾਂ ਤੇ ਉਹਦੇ ਕੋਲ ਕੰਮ ਕਰਵਾਇਆ ਜਾਂਦਾ ਹੈ। ਕਾਫੀ ਸਿਚੁਏਸ਼ਨਸ 'ਚ ਵੀ ਹੁੰਦਾ ਕਿ ਕੋਈ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ। ਸ਼ਾਇਦ ਪਹਿਲਾ ਦਿਨ 2-4 ਘੰਟੇ ਦਿਖਾ ਦਿੱਤਾ ਕਿ ਆ ਇੱਥੇ ਪਿਆ, ਇੱਥੇ ਏਦਾਂ ਕਰਨਾ, ਉਸ ਤੋਂ ਬਾਅਦ ਉਹਨੂੰ ਇਕੱਲਿਆਂ ਛੱਡ ਦਿੱਤਾ। ਟ੍ਰੇਨਿੰਗ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਉਹਨੂੰ ਕੰਮ ਕਰਨ ਹੀ ਲਾ ਦੋ, ਬਕਾਇਦਾ ਸਾਰਾ ਕੁਝ ਸਿਖਾਉਣਾ ਹੁੰਦਾ ਹੈ। ਉਹਦਾ ਟ੍ਰੇਨਿੰਗ ਰਿਕਾਰਡ ਬਣਾਉਣਾ ਹੁੰਦਾ ਹੈ, ਜਿਹੜਾ ਕਿ ਇੱਕ ਆਲਰੇਡੀ ਟ੍ਰੇਨਡ ਬੰਦਾ ਜਿਹੜਾ ਉਹਨੂੰ ਟ੍ਰੇਨ ਕਰ ਰਿਹਾ ਉਹਨੇ ਸਾਈਨ ਆਫ ਕਰਨਾ ਹੁੰਦਾ ਹੈ। ਔਰ ਲੈਵਲਸ ਹੁੰਦੇ ਆ ਅਲੱਗ-ਅਲੱਗ ਟ੍ਰੇਨਿੰਗ ਦੇ। ਅਸੀਂ ਜਿੰਨੇ ਲੋਕਾਂ ਨੇ ਕਾਰਪੋਰੇਟ ਸੈਟਅਪ 'ਚ ਕੰਮ ਕੀਤਾ ਹੈ ਸਾਰਾ ਕੁਝ ਦੇਖਿਆ। ਸੋ ਜਿਹੜਾ ਲੀਗਲ ਮਿਨੀਮਮ ਪੇ ਰੇਟ ਹੈ ਟ੍ਰੇਨੀ ਦਾ ਉਹ ਹੈ ਜੀ ਹਾਂਜੀ $11.80 ਪਰ ਆਵਰ। ਜਿਹੜਾ ਇਨਸਾਨ ਅੰਡਰ ਟ੍ਰੇਨਿੰਗ ਹੈ ਉਹਦਾ ਇਹ ਲੀਗਲ ਮਿਨੀਮਮ ਪੇ ਹੋਣੀ ਚਾਹੀਦੀ ਹੈ। ਪਰ ਬਹੁਤ ਸਾਰੇ ਕੇਸਿਸ ਇਹ ਜਿਹੜੇ ਸਟੂਡੈਂਟਸ ਨੇ ਵੀਰ ਭੈਣ, ਜਦੋਂ ਉਹਨਾਂ ਨੇ ਟ੍ਰੇਨਿੰਗ ਹੁੰਦੇ ਉਹਨਾਂ ਨੂੰ ਭੁੱਖ ਤੇ ਲੱਗਦੀ ਨੀ ਗੀ। ਹਾਂ, ਬਿਮਾਰ ਵੀ ਨਹੀਂ ਹੋ ਸਕਦੇ ਮੇਰਾ ਖਿਆਲ ਹੈ। ਸ਼ਾਇਦ ਕੱਪੜਾ ਲੱਤਾ ਵੀ ਸ਼ਾਇਦ ਨਾ ਚਾਹੀਦਾ ਹੋਵੇ, ਉਹਨਾਂ ਦਾ ਲੋੜਾਂ ਸਾਰੀਆਂ ਖਤਮ। ਸੋ ਇਸ ਕਰਕੇ ਉਹਨਾਂ ਨੇ ਉਸ ਟ੍ਰੇਨਿੰਗ ਲਈ ਪੇ ਨਹੀਂ ਕੀਤਾ ਜਾਂਦਾ। ਹਾਂ, ਉਹਨਾਂ ਨੂੰ ਕਹਿੰਦੇ ਜੇ ਕਿ ਤੇਰੀ ਟ੍ਰੇਨਿੰਗ ਸੀ। ਹਾਂ, ਤਾਂ ਇਹ ਇੱਕ ਨਵਾਂ ਰੁਝਾਨ ਬਹੁਤ ਚੱਲਿਆ ਹੋਇਆ ਹੈ। ਵਿਦਆਊਟ ਨੇਮਿੰਗ ਐਨੀ ਨੇਮਸ ਸਾਨੂੰ 1-2 ਲੋਕਾਂ ਦਾ ਪਤਾ ਹੈ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਔਰ ਕਰ ਰਹੇ ਨੇ। ਸੋ ਆਬਵੀਅਸਲੀ ਔਨ 에ਅਰ ਮੈਂ ਉਹਨਾਂ ਦਾ ਨਾਂ ਨਹੀਂ ਲਵਾਂਗੀ। ਤਾਂ ਇਹ ਇੱਕ ਮੇਨ ਪੁਆਇੰਟ ਸੀਗਾ ਉਸ ਇੰਟਰਵਿਊ 'ਚ ਕਿ ਜਿਹੜਾ ਪਿਛਲੇ ਕਾਫੀ ਸਾਲਾਂ ਤੋਂ ਜਿਹੜੇ ਸ਼ੋਸ਼ਣ ਦੇ ਤਰੀਕੇ ਆਲਰੇਡੀ ਮੈਨੂੰ ਇਹ ਕਹਿੰਦੇ ਆ ਬੜਾ ਅਜੀਬ ਲੱਗ ਰਿਹਾ ਕਿ ਜਿਹੜੇ ਐਸਟੈਬਲਿਸ਼ ਹੋ ਚੁੱਕੇ ਨੇ ਸ਼ੋਸ਼ਣ ਦੇ ਤਰੀਕੇ, ਕਿ ਉਹਦੇ ਕੋਲੋਂ ਬੱਚੇ ਕੋਲੋਂ 50-60 ਘੰਟੇ ਕੰਮ ਕਰਾ ਕੇ ਉਹਨੂੰ ਸਿਰਫ 20 ਘੰਟੇ ਦੀ ਪੇ ਦੇਣਾ, ਜਾਂ ਉਹਨੂੰ ਬ੍ਰੇਕ ਨਹੀਂ ਦੇਣੀ, ਕੋਈ ਹੌਲੀਡੇ ਪੇ ਨਹੀਂ ਹੈ, ਕੋਈ ਸਿਕ ਲੀਵ ਨਹੀਂ ਹੈ। ਉਹ ਸਾਰੇ ਤਾਂ ਉਹਨਾਂ ਨੇ ਪਰਪੱਕ ਕਰ ਲੈਣੇ ਤਰੀਕੇ। ਹੁਣ ਇੱਕ ਨਵਾਂ ਸ਼ੁਰੂ ਕਰ ਲਿਆ ਟ੍ਰੇਨਿੰਗ ਵਾਲਾ। ਬਿਲਕੁਲ। ਹਾਂਜੀ, ਜਿਹੜਾ ਸਾਊਥ ਆਕਲੈਂਡ ਦੇ ਵਿੱਚ ਆਪਾਂ ਸੰਘਰਸ਼ ਲੜਿਆ ਸੀ ਲਿਕਰ ਸ਼ਾਪ ਦੇ ਮਾਮਲੇ 'ਚ, ਹੁਣ ਜਾਂ ਤੇ ਜਿਹੜੇ ਐਕਸਪਲੋਇਟ ਕਰ ਰਹੇ ਨੇ ਉਹਨਾਂ ਨੂੰ ਇੰਨੀ ਕੁ ਮਜਬੂਰੀ ਹੋਵੇ ਵੀ ਉਹਨਾਂ ਦੇ ਆਪਣੀ ਰੋਟੀ ਪਾਣੀ ਦੇ ਮਸਲੇ ਨੇ, ਉਹਨਾਂ ਨੂੰ ਮਤਲਬ ਇੰਨੇ ਕੁ ਗਰੀਬ ਨੇ ਕਿ ਦੂਜਿਆਂ ਦੇ ਕੋਲੋਂ ਦੂਜੇ ਦਾ ਹੱਕ ਖੋ ਕੇ ਤੇ ਫਿਰ ਖੁਦ ਖਾਣ। ਜਦ ਕਿ ਹਾਲਤ ਇਹ ਹੈ ਕਿ ਇਹ ਜਿਹੜੇ ਲਿਕਰ ਸਟੋਰ ਜਾਂ ਹੋਰ ਜਿਹੜੇ ਬਿਜ਼ਨਸ ਨੇ, ਇਹਨਾਂ ਲੋਕਾਂ ਦੇ 1-2 3-3 4-4 ਬਿਜ਼ਨਸ ਨੇ, ਆਪਣੀਆਂ ਇੱਕ ਤੋਂ ਵੱਧ ਪ੍ਰਾਪਰਟੀਆਂ ਨੇ। ਹਾਲਾਂਕਿ ਤੁਸੀਂ ਕਿਸੇ ਇੱਕ ਵਕਤ ਇੱਕੋ ਘਰ 'ਚ ਰਹਿ ਸਕਦੇ ਹੋ। ਬਿਲਕੁਲ। ਇਹ ਹਿੰਦੁਸਤਾਨ ਜੋ ਅਸੀਂ ਜਿਸ ਚੀਜ਼ ਤੋਂ ਉੱਥੋਂ ਤੰਗ ਹੋ ਕੇ ਆਏ ਆ, ਉਹੀ ਚੀਜ਼ ਨੂੰ ਅਸੀਂ ਨਾਲ ਲੈ ਕੇ ਆਏ ਤੇ ਉਹੀ ਕੰਮ ਅਸੀਂ ਇਹ ਸਾਰਾ ਕੁਝ ਇੱਥੇ ਸ਼ੁਰੂ ਕਰਤਾ। ਔਰ ਜਿਹੜੀ ਇੰਟਰਵਿਊ 'ਚ ਮੇਨ ਇਹ ਵੀ ਗੱਲ ਹੈ, ਉਹਨਾਂ ਨੇ ਮੈਨੂੰ ਪੁੱਛਿਆ ਕਿ ਇਹ ਜਿਹੜਾ ਇਹ ਬਜਟ ਐਲੋਕੇਟ ਕੀਤਾ ਗਿਆ ਹੈ ਤੁਹਾਨੂੰ ਕੀ ਲੱਗਦਾ ਹੈ ਇਹਦੇ ਬਾਰੇ। ਤੇ ਆਬਵੀਅਸਲੀ ਇੱਕ ਚੰਗੀ ਪੋਜ਼ਿਟਿਵ ਗੱਲ ਹੈ ਕਿ ਬਜਟ ਐਲੋਕੇਟ ਕੀਤਾ ਗਿਆ ਹੈ, ਪਰ ਉਹ ਜਿਸ ਤਰ੍ਹਾਂ ਲੇਬਰ ਦੇ ਜਿਹੜੇ ਲੇਬਰ ਇੰਸਪੈਕਟਰਸ ਨੇ ਉਹ ਆਪਣੀ ਜੌਬ ਬਖੂਬੀ ਕਰਦੇ ਨੇ, ਪਰ ਉਹਨਾਂ ਕੋਲ ਇੰਨੀਆਂ ਅਥਾਰਟੀਜ਼ ਜਾਂ ਇੰਨੀਆਂ ਪਾਵਰਸ ਨਹੀਂ ਕਿ ਉਹ ਇੱਕ ਸਿੰਪਲ ਇਨਸਪੈਕਸ਼ਨ ਜਾਂ ਆਡਿਟ ਤੋਂ ਇਲਾਵਾ ਕੁਝ ਹੋਰ ਕਰ ਸਕਣ। ਉਹ ਆਪਣੀਆਂ ਆਡਿਟ ਫਾਈਂਡਿੰਗਸ ਪ੍ਰੈਜ਼ੈਂਟ ਕਰ ਸਕਦੇ ਨੇ। ਉਹ ਵੀ ਇੱਕ ਮੋਸਟਲੀ ਤੁਸੀਂ ਇੱਕ ਪੇਪਰ ਟ੍ਰੇਲ ਕਾਗਜ਼ੀ ਕਾਰਵਾਈ ਹੁੰਦੀ ਹੈ, ਦੇਖ ਕੇ ਸਾਰੇ ਕਾਗਜ਼ ਪੱਤਰ। ਉਹ ਕੋਈ ਵੀ ਪਰਫੈਕਟਲੀ ਇਨ ਆਰਡਰ ਰੱਖ ਸਕਦਾ। ਤੁਸੀਂ ਅਗਰ ਕਿਸੇ ਨੇ 40 ਘੰਟੇ ਕੰਮ ਕੀਤਾ ਹੈ ਪਰ ਉਹਨੂੰ ਤੁਸੀਂ ਪ੍ਰੈਸ਼ਰਾਈਜ਼ ਕਿ ਤੂੰ 20 ਘੰਟੇ ਤੇ ਹੀ ਸਾਈਨ ਹੋਇਆ ਬਹੁਤ ਹੁੰਦਾ ਹੈ, ਕਿਉਂਕਿ ਉਹ ਜਿਹੜਾ ਉਹਦੇ ਤੇ ਕੰਮ ਕਰਨ ਵਾਲੇ ਤੇ ਪ੍ਰੈਸ਼ਰ ਹੈ ਕਿ ਅਗਰ ਜੇ ਮੈਂ ਕਹਾਂਗਾ ਕਿ ਤੂੰ ਮੇਰੇ ਕੋਲ 40 ਘੰਟੇ ਕੰਮ ਕਰਾਇਆ, ਮੈਂ 40 ਤੇ ਹੀ ਸਾਈਨ ਕਰਨੇ ਆ, 20 ਤੇ ਨਹੀਂ ਕਰਦਾ। ਉਹਨੇ ਜੋ ਕੋਈ ਵੀਜ਼ਾ ਐਪਲੀਕੇਸ਼ਨ ਲਗਾਈ ਹੋਈ ਹੈ ਜਾਂ ਉਹਨੂੰ ਕੋਈ ਆਸ ਹੈ ਕਿ ਇਸ ਇੰਪਲੋਇਰ ਤੋਂ ਕੋਈ ਵਰਕ ਪਰਮਿਟ ਮਿਲ ਜਾਏਗਾ ਜਾਂ ਇਮੀਗ੍ਰੇਸ਼ਨ ਹੋ ਜਾਏਗੀ, ਮੇਰੀ ਰੈਜ਼ੀਡੈਂਸ ਹੋ ਜਾਏਗੀ, ਉਹ ਸਾਰਾ ਕੁਝ ਫਿਰ ਉਹ ਕੰਪਰੋਮਾਈਜ਼ ਹੁੰਦਾ ਹੈ। ਇਸ ਲਈ ਉਹ ਪ੍ਰੈਸ਼ਰ ਹੈ ਉਹਦੇ ਤੇ। ਦੂਸਰਾ ਅਨੂ ਜੀ, ਤੁਹਾਡਾ ਜਿਹੜਾ ਲੇਬਰ ਇੰਸਪੈਕਟਰ ਨਾਲ ਤੁਹਾਡਾ ਜਿਹੜਾ ਪਾਲਾ ਪਿਆ ਜਾਂ ਉਹਨਾਂ ਨੂੰ ਤੁਹਾਡਾ ਐਕਸਪੀਰੀਅੰਸ ਹੈ, ਤੁਸੀਂ ਖਾਸ ਕਰਕੇ ਇਹ ਗੱਲ ਨੋਟ ਕੀਤੀ ਹੈ ਕਿ ਜਿਹੜੇ ਇੰਸਪੈਕਟਰ ਨੇ ਉਹ ਕਿ ਮਤਲਬ ਉਹ ਲੀਨ ਟੂਵਰਡਸ ਬਿਜ਼ਨਸ ਨੇ ਉਹ, ਔਰ ਲਕੀਰ ਦੇ ਫਕੀਰ ਨੇ। ਹਾਂਜੀ, ਹਾਂ, ਉਹਨਾਂ ਦੇ ਸਾਹਮਣੇ ਜੋ ਪ੍ਰੈਜ਼ੈਂਟ ਕਰ ਦਿੱਤਾ ਰਿਕਾਰਡ, ਉਹਨਾਂ ਨੇ ਉਹਦੇ ਤੇ ਜਾਣਾ ਹੈ। ਉਹ ਇਸ ਤਰ੍ਹਾਂ ਹੀ ਕਰਦੇ ਨੇ। ਸੋ ਜਿਸ ਤਰ੍ਹਾਂ ਮੈਂ ਐਗਜ਼ਾਮਪਲ ਦਿੱਤੀ ਹੈ ਕਿ ਉਹ ਜਿਹੜਾ ਟਾਈਮ ਸ਼ੀਟ ਹੈ ਉਹ ਪਰਫੈਕਟ ਹੈ, ਔਰ ਉਹ ਅੰਡਰ ਪ੍ਰੈਸ਼ਰ ਸਟਾਫ ਨੇ ਸਾਈਨ ਵੀ ਕਰ ਦਿੱਤੀ ਹੈ ਕਿ ਮੈਂ 20 ਘੰਟੇ ਕੰਮ ਕੀਤਾ ਸੀਗਾ, ਹਾਲਾਂਕਿ ਉਹਨੇ 50 ਜਾਂ 60 ਘੰਟੇ ਕੰਮ ਕੀਤਾ ਹੋਇਆ, ਔਰ ਉਹਦੀ ਜਿਹੜੀ ਪੇਮੈਂਟ ਹੈ ਉਹ ਵੀ ਬੈਂਕ ਅਕਾਊਂਟ 'ਚ ਉਨੇ ਘੰਟਿਆਂ ਦੀ ਸ਼ੋ ਹੁੰਦੀ ਹੈ।
ਹਾਂਜੀ ਹਾਂਜੀ ਇੱਕ ਹੋਰ ਵੀ ਗੱਲ ਦੱਸੋ ਕਿ ਜਿਹੜੇ ਸਾਊਥ ਆਕਲੈਂਡ ਦੇ ਵਿੱਚ ਜਿਹੜੇ 10 ਇੰਸਪੈਕਟਰ ਹਾਂਜੀ ਹਾਂ ਇਹ ਮੇਨਲੀ ਸਾਊਥ ਆਕਲੈਂਡ ਵਿੱਚ ਉਹਨਾਂ ਨੇ ਆਈਡੈਂਟੀਫਾਈ ਕੀਤਾ ਹੈ ਕਿ ਇੱਥੇ ਐਕਸਪਲੋਇਟੇਸ਼ਨ ਦੇ ਕੇਸਿਸ ਸਭ ਤੋਂ ਜ਼ਿਆਦਾ ਸਾਹਮਣੇ ਆ ਰਹੇ ਨੇ ਉਹਨਾਂ ਨੇ ਖਬਰ 'ਚ ਤੇ ਲਿਖਿਆ ਹੋਇਆ ਸੀਗਾ ਕਿ ਪੀਪਲ ਆਰ ਬੀਇੰਗ ਪੇਡ ਐਜ਼ ਲਿਟਲ ਐਜ਼ $7 per hour ਤੇ ਮੈਂ ਸੋਚਿਆ ਕਿ ਇਹ ਤੇ ਬਹੁਤ ਜ਼ਿਆਦਾ ਹੈ 2-3 ਘੰਟੇ ਪਰ ਆਵਰ ਤੇ ਵੀ ਕੰਮ ਕਰਦੇ ਆ ਔਰ ਉਹਨਾਂ ਨੂੰ ਮੈਂ ਇੰਟਰਵਿਊ 'ਚ ਵੀ ਦੱਸਿਆ ਕਿ ਜਿਹੜੇ ਉਹਨਾਂ ਦੀ ਜੌਬ ਡਿਸਕ੍ਰਿਪਸ਼ਨ 'ਚ ਕੰਮ ਨਹੀਂ ਨੇ ਉਹ ਵੀ ਕਰਵਾਏ ਜਾ ਰਹੇ ਨੇ ਉਹਨਾਂ ਕੋਲੋਂ ਬੱਚਿਆਂ ਨੂੰ ਸਕੂਲ ਛੱਡ ਆਓ ਲੈ ਆਓ ਘਰ ਦੀ ਸਫਾਈ ਕਰ ਦਿਓ ਉਹ ਕਿਸੇ ਦੀ ਜੌਬ ਡਿਸਕ੍ਰਿਪਸ਼ਨ 'ਚ ਉਹ ਨਹੀਂ ਹੁੰਦਾ ਸੋ ਉਹ ਕਿਹੜੇ ਖੂਹ ਖਾਤੇ 'ਚ ਪੈਣਾ ਹਾਂਜੀ ਹਾਂਜੀ ਜੀ ਮੈਨੂੰ ਯਾਦ ਆਉਂਦਾ ਇੱਕ ਵਾਰੀ ਕਿਸੇ ਸਾਥੀ ਵਾਸਤੇ ਸੰਘਰਸ਼ ਕਰ ਰਹੇ ਸੀ ਤੇ ਜਿਹੜੀ ਨੈਗੋਸ਼ੀਏਟ ਕਰਨ ਵਾਸਤੇ ਜਿਹੜੀ ਪਾਰਟੀ ਆਈ ਹੈ ਜੀ ਉਹ ਮੈਨੂੰ ਕਹਿੰਦਾ ਹੈ ਕਿ ਅਸੀਂ ਇਹਨੂੰ ਜੇ $6-7 ਦਿੰਦੇ ਆ ਇਹਦੇ ਬਹੁਤ ਜ਼ਿਆਦਾ ਮੈਂ ਤੁਹਾਨੂੰ ਪਾਪਾਟੋਏ ਦੇ ਵਿੱਚ ਕਹਿੰਦਾ ਕੁੜੀਆਂ ਉੱਥੇ $2-3 ਦੇ ਕੰਮ ਕਰਦੀਆਂ ਮੈਂ ਤੁਹਾਨੂੰ ਉਹਨਾਂ ਨੂੰ ਮਿਲਾ ਦਿੰਦਾ ਹਾਂਜੀ ਹਾਂ ਮੈਂ ਕਿਹਾ ਇਹ ਉਹਦੇ ਆਪਣੇ ਵਰਡ ਸੀ ਲੈ ਕੇ ਆਓ ਅਸੀਂ ਉਹਨਾਂ ਲਈ ਵੀ ਸੰਘਰਸ਼ ਕਰਾਂਗੇ ਉਹਨਾਂ ਲਈ ਵੀ ਜੇ ਫਾਈਟ ਕਰ ਸਕਦੇ ਹਾਂ ਹਾਂਜੀ ਤਾਂ ਹਾਂਜੀ ਉਸੇ ਕੇਸ ਦਾ ਸੀਗਾ ਕਿ ਚੁੱਪ ਕਰਾਉਣ ਦੇ ਵੀ ਲਾਲਚ ਦਿੱਤੇ ਜਾਂਦੇ ਨੇ ਜੀ ਸਿਚੁਏਸ਼ਨ 'ਚ ਤਾਂ ਅਗਲੀ ਜਿਹੜੀ ਅਨੂ ਜੀ ਉਹਦੀ ਵੈਸੇ ਵੀ ਸਾਊਥ ਆਕਲੈਂਡ ਦੀ ਗੱਲ ਆਈ ਹੈ ਵਿੱਚ ਜਿਹੜੇ 10 ਇੰਸਪੈਕਟਰ ਜਿਹੜੇ ਹੋਣਗੇ ਕਾਫੀ ਹੋਣਗੇ ਜਾਂ ਕਿਹੋ ਜਿਹੇ ਇੰਸਪੈਕਟਰ ਹੋਣਗੇ ਉਹ ਵੀ ਇੱਕ ਆਪਣਾ ਸਵਾਲ ਹੈ ਦੂਸਰਾ ਜਿਹੜਾ ਖੂਬਸੂਰਤ ਜਿਹੜੀ ਦੁਕਾਨ ਆ ਉਹ ਹਾਂਜੀ 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 ਇਹ ਕਲੋਥਿੰਗ ਸ਼ਾਪ ਹੈ ਜੀ ਕੱਪੜਿਆਂ ਦੀ ਦੁਕਾਨ ਹੈ ਗ੍ਰੇਟ ਸਾਊਥ ਰੋਡ ਤੇ ਸਾਰੇ ਮੇਰੇ ਖਿਆਲ ਜਾਣਦੇ ਹੀ ਹੈ ਇਹ ਵੀ ਖਬਰਾਂ ਵਿੱਚ ਸੀ ਕਿ ਇਹਨਾਂ ਨੂੰ $30,000 ਫਾਈਨ ਕੀਤਾ ਗਿਆ ਔਰ $18,500 ਪੈਂਡਿੰਗ ਵੇਜਸ ਤੇ ਹੌਲੀਡੇ ਪੇ 2 ਸਟਾਫ ਮੈਂਬਰਸ ਨੂੰ ਇਹਨਾਂ ਨੇ ਪੇ ਕਰਨਾ ਹੈ ਉਹ ਏਮਪਲੋਇਮੈਂਟ ਕੋਰਟ ਦੇ ਥਰੂ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਇਹਨਾਂ ਨੇ ਕਰਨਾ ਹੈ ਤਾਂ ਜ਼ਰੂਰੀ ਨਹੀਂ ਹੈ ਕਿ ਉਹ ਇਸ ਤਰ੍ਹਾਂ ਕਰ ਦੇਣ ਕਿਉਂਕਿ ਜਿਹੜੀਆਂ ਵੱਡੀਆਂ ਸਾਮੀਆਂ ਨੇ ਉਹ ਫਿਰ ਆਪਣੇ ਵਕੀਲ ਅੱਗੇ ਹਾਇਰ ਕਰਕੇ ਅੱਗੇ ਤੋਂ ਅੱਗੇ ਕੇਸ ਚੱਲਦੇ ਰਹਿੰਦੇ ਆ ਮਤਲਬ ਕਿ ਉਹ ਜਿਹੜੇ ਕੰਮ ਕਰਨ ਵਾਲੇ ਲੋਕ ਆ ਉਹ ਵਿਚਾਰੇ ਫਿਰ ਵੀ ਖੱਜਲ ਖਵਾਰ ਹੁੰਦੇ ਰਹਿੰਦੇ ਨੇ ਅਨੂ ਜੀ ਸਾਡਾ ਐਕਸਪੀਰੀਅੰਸ ਹੈ ਕਿ ਜਿੰਨੇ ਪੈਸੇ ਇਹ ਵਕੀਲਾਂ ਨੂੰ ਦਿੰਦੇ ਨੇ ਉਸ ਤੋਂ ਕਿਤੇ ਘੱਟ ਲੱਗਦੇ ਆ ਸਟਾਫ ਨੂੰ ਪਰ ਇੱਕ ਕਹਿੰਦੇ ਵੀ ਇੱਕ ਤੇ ਚੋਰ ਕਹਿੰਦੇ ਇੱਕ ਚੋਰ ਤੇ ਸੀਨਾ ਜ਼ੋਰ ਮੈਨੂੰ ਹੁਣ ਸ਼ਬਦ ਨਹੀਂ ਯਾਦ ਆ ਰਹੇ ਚੋਰ ਨਾਲੇ ਚਤਰ ਨਾਲੇ ਚੋਰ ਨਾਲੇ ਚਤਰ ਨਾਲੇ ਚਤਰ ਬਣਦੇ ਨੇ ਕਿ ਮਤਲਬ ਉਸ ਤੇ ਉਸ ਜਗ੍ਹਾ ਤੇ ਜਾ ਕੇ ਫਿਰ ਇਹਨਾਂ ਦੀ ਅਣਖ ਜਾਗ ਪੈਂਦੀ ਹੈ ਕਿ ਅਸੀਂ ਅਣਖੀ ਤੈਨੂੰ ਅਸੀਂ ਹੁਣ ਹਰਾ ਕੇ ਹਟਾਂਗੇ ਤੂੰ ਹੁੰਦਾ ਕੌਣ ਆ ਸਾਡੇ ਸਵਾਲ ਕਰਨ ਵਾਲਾ ਕਿਸੇ ਦਾ ਜੋ ਸਰਦਾ ਬਣਦਾ ਹੈ ਉਹਨੂੰ ਪੇ ਕਰਨ 'ਚ ਮੇਰੇ ਖਿਆਲ ਜ਼ਿਆਦਾ ਅਣਖ ਵਾਲੀ ਗੱਲ ਹੋਣੀ ਚਾਹੀਦੀ ਹੈ ਨਾਲੇ ਉਹਨੂੰ ਜੀ ਦੂਸਰੀ ਗੱਲ ਕਿ ਅਸੀਂ ਜਿਹੜਾ ਛੋਟਾ ਬਿਜ਼ਨਸ ਵਾ ਅਸੀਂ ਉਹਦੀਆਂ ਪ੍ਰੋਬਲਮ ਸਮਝਦੇ ਆ ਇਹ ਨਹੀਂ ਗੱਲ ਹੈ ਛੋਟਾ ਬਿਜ਼ਨਸ ਵੀ ਆਪਣੇ ਆਪ 'ਚ ਸਟਰਗਲ ਕਰ ਰਿਹਾ ਹੈ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਜਿਹੜਾ ਬੰਦੇ ਪਹਿਲੀ ਇੰਨੀ ਮਜਬੂਰੀ ਦੇ ਵਿੱਚ ਤੁਹਾਡੇ ਕੋਲੇ ਆਏ ਹੋਏ ਨੇ ਤੁਸੀਂ ਉਹਨਾਂ ਨੂੰ ਐਕਸਪਲੋਇਟ ਕਰੋ ਹਾਂ ਸੋ ਮਤਲਬ ਜਿੰਨਾ ਕੁ ਸਾਡੇ ਕੋਲ ਰਿਸੋਰਸ ਹੈ ਉਹਨੂੰ ਅਗਰ ਅਸੀਂ ਵੰਡ ਕੇ ਚੱਲ ਪਈਏ ਤੇ ਸਭ ਤੋਂ ਵਧੀਆ ਗੱਲ ਹੈ ਬਿਲਕੁਲ ਨਾਲੇ ਤੁਹਾਡੇ ਜਿੰਨੇ ਵੀ ਇਹ ਲੋਕ ਐਕਸਪਲੋਇਟ ਖਾਸ ਕਰਕੇ ਹੈਗੇ ਨੇ ਉਹਨਾਂ ਦੇ ਤੁਹਾਡੇ ਹੋਰ ਵੀ ਬਿਜ਼ਨਸ ਨੇ ਤੁਹਾਡੇ ਫਿਰ ਤੁਸੀਂ ਹੋਰ ਬਿਜ਼ਨਸ ਕਿਵੇਂ ਖਰੀਦ ਰਹੇ ਹੋ ਤੁਸੀਂ ਜਿਹੜਾ ਉਹਦਾ ਬਣਦਾ ਉਹਨੂੰ ਤੁਸੀਂ ਉਹਦੀ ਤਨਖਾਹ ਤੇ ਦੇ ਨਹੀਂ ਸਕਦੇ ਬਿਲਕੁਲ ਬਿਲਕੁਲ ਤਾਂ ਅਗਲੀ ਜਿਹੜੀ ਗੱਲਬਾਤ ਜੀ ਸ਼ਹੀਦ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਜਿਹੜਾ ਬਹੁਤ ਇੱਕ ਵੱਡਮੁੱਲਾ ਕੰਮ ਕੀਤਾ ਉਹਨਾਂ ਦਾ ਕੰਟਰੀਬਿਊਸ਼ਨ ਸੀ ਜਿਹੜਾ ਉਸ ਤੋਂ ਪਹਿਲਾਂ ਨੂੰ ਜੀ ਜਿਹੜੀ ਨਵੀਂ ਹੁਣ ਕਿਸ ਹੱਦ ਤੱਕ ਪਿੰਕੀ ਕੈਟ ਸਭ ਕੁਝ ਸਹੀ ਕਹਿ ਰਿਹਾ ਕਿਉਂਕਿ ਗੱਲ ਤੇ ਸਹੀ ਲੱਗਣ ਡਈ ਹੈ ਕਿਉਂਕਿ ਜੋ ਹਿਸਟਰੀ ਹੈ ਜਿਸ ਤਰੀਕੇ ਦੇ ਨਾਲ ਉਹਦਾ ਨਵਾਂ ਬਿਆਨ ਇਹ ਹੈ ਕਿ ਇਹ ਇੰਨੀ ਜ਼ਿਆਦਾ ਖਾਲੜਾ ਜੀ ਸਾਥੀ ਖਾਲੜਾ ਹੁਣੀ ਐਡੀ ਵੱਡੀ ਪ੍ਰੋਬਲਮ ਬਣ ਚੁੱਕੇ ਸੀਗੇ ਪੰਜਾਬ ਸਰਕਾਰ ਵਾਸਤੇ ਜਿਹੜੀ ਧਾੜਵੀਂ ਧਿਰ ਹੈ ਕਿ KPS ਗਿੱਲ ਖੁਦ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਉਹਨੇ ਆ ਕੇ ਡੇਰੇ ਲਾ ਲਏ ਸੀ ਉਹਨੇ ਥਾਣੇ ਦਾ ਵੀ ਨਾਂ ਦੱਸਿਆ ਹੋਇਆ ਤੇ ਉਹ ਕਹਿੰਦੇ ਵੀ ਜਦੋਂ ਤੱਕ ਖਾਲੜੇ ਦਾ ਕਤਲ ਨਹੀਂ ਹੁੰਦਾ ਮੈਂ ਇੱਥੋਂ ਜਾਊਂਗਾ ਨਹੀਂ ਸੋ ਐਡਾ ਔਰ ਦੋਸਤੋ ਜੇ ਤੁਹਾਨੂੰ ਪਹਿਲੇ ਪ੍ਰੋਗਰਾਮ ਸਾਡੇ ਤੋਂ ਯਾਦ ਹੋਵੇ ਇਹ ਉਹੀ KPS ਗਿੱਲ ਵਾ ਜਦੋਂ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਜਲ ਜੰਗਲ ਤੇ ਜ਼ਮੀਨ ਦੀ ਜਿਹੜੇ ਨਕਸਲਾਈਟ ਜਿਹੜੇ ਸਾਥੀ ਨੇ ਆਦੀਵਾਸੀ ਲੋਕ ਇਕੱਠੇ ਹੋ ਕੇ ਜਿਹੜਾ ਕੋਪਰੇਟ ਸੈਕਟਰ ਵਾ ਉਹਨਾਂ ਦੇ ਨੈਚੁਰਲ ਰਿਸੋਰਸਿਸ ਤੇ ਕਬਜ਼ਾ ਕਰਨਾ ਚਾਹੁੰਦਾ ਤੇ ਉਹਨਾਂ ਨੂੰ ਕੁੱਟਣ ਵਾਸਤੇ ਵੀ ਇਹਨਾਂ ਨੇ ਇੱਕ ਉੱਥੇ ਸਲਵਾ ਜੁੜਮ ਕਰਕੇ ਇਹਨਾਂ ਨੇ ਇੱਕ SPO ਸਪੈਸ਼ਲ ਪੁਲਿਸ ਆਫੀਸਰ ਤਿਆਰ ਕੀਤੇ ਸੀ ਔਰ ਜਿਹੜੀ ਉਹਨਾਂ ਤੇ ਜਿਹੜੇ ਲੋਕੀ ਸੰਘਰਸ਼ ਕਰਦੇ ਪਏ ਉਹਨਾਂ ਨੂੰ ਮਾਰਨ ਵਾਸਤੇ ਕੁੱਟਣ ਵਾਸਤੇ ਉਹਨੂੰ ਟ੍ਰੇਨਿੰਗ ਦੇਣ ਵਾਸਤੇ KPS ਨੂੰ ਐਜ਼ ਏ ਕੰਸਲਟੈਂਟ ਮੱਧ ਪ੍ਰਦੇਸ਼ ਦੇ ਵਿੱਚ ਸੱਦਿਆ ਗਿਆ ਸੀ ਸੋ ਇਹ ਜਿਹੜੇ ਲੋਕ ਨੇ ਜਿਨ੍ਹਾਂ ਦੀ ਸਾਈਕੋਪੈਥਿਕ ਕਿਸਮ ਦੀ ਇਹਨਾਂ ਦੀ ਪਰਸਨੈਲਿਟੀ ਹੈ ਜੀ ਠੀਕ ਜੀ ਤਾਂ ਇਹ ਕਿਤਾਬ ਰਿਡਿਊਸ ਟੂ ਐਸ਼ਜ਼ ਇਹਦੇ 'ਚ ਸਾਰੀਆਂ ਕੇਸ ਸਟੱਡੀਜ਼ ਛਪੀਆਂ ਨੇ ਤਾਂ ਇਹ ਨੇਪਾਲ ਦੇ ਵਿੱਚ
ਬੈਠਾ ਗਰੁੱਪ। ਸੋ ਇਹਨਾਂ ਵਿੱਚ ਇੱਕ ਲੜਕੀ ਜਸਕਰਨ ਕੌਰ ਵੀ ਹੈ ਜਿਹੜੀ ਉਹ ਕੋ ਰਾਈਟਰ ਹੈ। ਤੋ ਉਹਨਾਂ ਦੀ ਵੈਬਸਾਈਟ ਹੈ insaf.org ਹੈ ਮੇਰਾ ਖਿਆਲ। ਉਹ ਵੈਸੇ US ਬੇਸਡ ਨੇ। ਤੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗੀ ਕਿ ਉਹਨਾਂ ਦੀ ਵੈਬਸਾਈਟ ਵੀ ਦੇਖਣ। ਤੋ ਸਾਲ ਕੁ ਪਹਿਲਾਂ ਉਹਨਾਂ ਨੇ ਇੱਕ ਬੜੀ ਸ਼ਾਰਟ ਡਾਕੂਮੈਂਟਰੀ ਰਿਲੀਜ਼ ਕੀਤੀ ਹੈ ਕਿਉਂਕਿ ਪਿੰਕੀ ਕੈਟ ਦੀ ਗੱਲ ਹੁਣ ਬਹੁਤ ਅੱਜ ਕੱਲ ਟੌਪੀਕਲ ਔਰ ਕਰੰਟ ਹੈ। ਤੋ ਉਹ ਡਾਕੂਮੈਂਟਰੀ ਵਿੱਚ SS ਮਾਣਕ ਮੇਰਾ ਖਿਆਲ ਸੰਤੋਖ ਸਿੰਘ ਨਾਮ ਨਾਲ ਸੰਤੋਖ ਸਿੰਘ ਮਾਣਕ ਜਿਹੜੇ ਕਿ ਐਜ਼ ਸਿਪਾਹੀ ਭਰਤੀ ਹੋਏ ਸਨ ਪੰਜਾਬ ਪੁਲਿਸ ਵਿੱਚ 1980 ਦੇ ਦਹਾਕੇ 'ਚ। ਮੈਂ ਐਗਜ਼ੈਕਟ ਸਾਲ ਭੁੱਲ ਗਈ ਹਾਂ। ਤੋ ਉਹਨਾਂ ਨੇ 2-4 ਸਾਲ ਕੰਮ ਕੀਤਾ ਉਸ ਟਾਈਮ ਤੇ ਔਰ ਜੋ ਜਿਸ ਤਰ੍ਹਾਂ ਟੌਰਚਰ ਵਗੈਰਾ ਸਾਰਾ ਚੱਲਦਾ ਸੀਗਾ ਉਹਨਾਂ ਨੂੰ ਲੱਗਿਆ ਕਿ ਮੈਂ ਇਹ ਕੰਮ ਨਹੀਂ ਕਰ ਪਾਊਂਗਾ, ਮੈਂ ਨਹੀਂ ਦੇਖ ਸਕਦਾ। ਉਹਨਾਂ ਨੇ ਛੱਡ ਦਿੱਤੀ ਨੌਕਰੀ। ਤੋ ਉਸ ਤੋਂ ਬਾਅਦ ਉਹਨਾਂ ਨੂੰ ਚੁੱਕ ਕੇ ਲੈ ਗਏ ਪੰਜਾਬ ਪੁਲਿਸ ਵਾਲੇ ਕਿ ਸਾਨੂੰ ਲੱਗਦਾ ਕਿ ਤੂੰ ਟੈਰਰਿਸਟ ਨਾਲ ਜਾਂ ਮਿਲੀਟੈਂਟਸ ਨਾਲ ਰਲ ਗਿਆ। ਉਹਨਾਂ ਦਾ ਬਹੁਤ ਟੌਰਚਰ ਹੋਇਆ। ਤੋ ਉਹ ਡਾਕੂਮੈਂਟਰੀ ਮੈਂ ਸਾਰਿਆਂ ਨੂੰ ਰეკਮੈਂਡ ਕਰਾਂਗੀ ਕਿ 25-30 ਮਿੰਟ ਦੀ ਜ਼ਰੂਰ ਦੇਖੋ। ਉਹਦੇ ਵਿੱਚ ਉਹ ਕਿਸ ਤਰ੍ਹਾਂ ਮੇਰੇ ਖਿਆਲ ਪਿਛਲੇ ਕਿੰਨੇ 19-20 ਸਾਲ ਤੋਂ ਦੱਸ ਰਹੇ ਕਿ ਉਹ ਜਿਹੜੇ ਕੁਝ ਉਹਨਾਂ ਨੇ ਖੁਦ ਵਿਟਨੈਸ ਕੀਤੇ 10 ਜਾਂ 15 ਇਨਕਾਊਂਟਰ, ਝੂਠੇ ਇਨਕਾਊਂਟਰ। ਤੋ ਉਹਨਾਂ ਪਰਿਵਾਰਾਂ ਨੂੰ ਨਾਲ ਲੈ ਕੇ ਉਹ ਹੁਣ ਲੀਗਲ ਕਾਰਵਾਈ ਚੱਲ ਰਹੀ ਹੈ। ਉਹਦੇ ਵਿੱਚ ਬੈਂਸ ਨੇ ਜਿਹੜੇ ਐਡਵੋਕੇਟ ਰਜਵਿੰਦਰ ਸਿੰਘ ਮੇਰੇ ਖਿਆਲ ਨਾਮ ਨਾਲ ਉਹਨਾਂ ਦਾ ਬੈਂਸ ਸਾਹਿਬ, ਉਹ ਨਾਲ ਉਹਨਾਂ ਦੀ ਮਦਦ ਕਰ ਰਹੇ ਨੇ। ਤੋ ਉਹ ਸਾਰਿਆਂ ਨੂੰ ਵੀ ਰਿਕੁਐਸਟ ਹੈ ਕਿ ਜ਼ਰੂਰ ਤੁਸੀਂ ਦੇਖੋ ਤੇ ਫਿਰ ਕੰਪੇਅਰ ਕਰੋ ਗੁਰਮੀਤ ਸਿੰਘ ਪਿੰਕੀ ਕੈਟ ਨਾਲ ਇਹਨਾਂ ਨੂੰ SS ਮਾਣਕ ਨੂੰ। ਤੇ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਜੈਨੂਇਨ ਕੌਣ ਹੈ ਜ਼ਿਆਦਾ। ਖੈਰ ਉਹਨਾਂ ਦੀਆਂ ਗੱਲਾਂ ਵੀ ਠੀਕ ਲੱਗ ਰਹੀਆਂ ਨੇ ਪਰ ਇੱਕ ਜ਼ਮੀਰ ਜਾਗਣ ਵਾਲੀ ਜਿਹੜੀ ਗੱਲਬਾਤ ਹੈ ਉਹਦੇ ਪੁਆਇੰਟ ਆਫ ਵਿਊ ਤੋਂ ਮੈਂ ਕਹਿ ਰਹੀ ਹਾਂ ਕਿ ਕੰਪੇਅਰ ਕੀਤਾ ਜਾਵੇ ਦੋਨਾਂ ਨੂੰ। ਬਿਲਕੁਲ ਅਨੂ ਜੀ, ਕਿਸ ਤਰੀਕੇ ਦਾ ਉਹ ਮਾਹੌਲ ਸੀਗਾ ਜਦੋਂ ਪਿੰਕੀ ਕੈਟ ਕਹਿੰਦਾ ਵੀ ਇਹ ਵੀ ਜੇ ਇੱਕ ਕੋਈ ਪੁਲਿਸ ਥੱਲੇ ਵਾਲਾ ਆਫੀਸਰ ਨਹੀਂ ਕੰਮ ਕਰਦਾ ਉਹਨੂੰ ਕਹਿੰਦੇ ਵੀ ਤੇਰੀ ਤਰੱਕੀ ਨਹੀਂ ਹੋਣੀ। ਉਹਦੇ ਲਾਈਨ ਲੱਗੀ ਹੋਈ ਹੈ ਕਿਉਂਕਿ ਇਨਾਮ ਲੈਣ ਨੂੰ ਸਾਰੇ ਕਾਲੇ ਪਏ ਹੋਏ ਆ। ਵੈਸੇ ਅਨੂ ਜਿਹੜਾ ਸਾਡਾ ਆਪਣਾ ਜਿਹੜਾ ਪਰਸਨਲ ਐਕਸਪੀਰੀਅੰਸ ਆ, ਜਿਹੜੇ ਖਾਸ ਕਰਕੇ ਸਾਡੇ ਜਿਹੜਾ ਸਾਥੀਆਂ ਦਾ ਜਿਹੜੇ ਹੀਰੇ ਵਰਗੇ ਬੰਦੇ ਅਸੀਂ ਹਮੇਸ਼ਾ ਗੱਲ ਕਰਦੇ ਹਾਂ, ਚਾਹੇ ਦਰਸ਼ਨ ਸਿੰਘ ਕੈਨੇਡੀਅਨ ਹੋਵੇ, ਚੰਦਨ ਸਿੰਘ ਤੂਤ, ਜੈਮਲ ਸਿੰਘ ਪੱਡਾ, ਬਲਦੇਵ ਮਾਨ, ਅਣਗਿਣਤ ਸਾਡੇ ਨਾਂ ਨੇ। ਖਾਲੜਾ ਸਾਹਿਬ ਵੀ ਵਿੱਚ ਆਉਂਦੇ ਨੇ। ਖਾਲੜਾ ਸਾਹਿਬ ਵੀ ਬਿਲਕੁਲ ਉਹ ਲੋਕਾਂ ਦੇ ਸੰਘਰਸ਼ਾਂ ਦੇ ਵਿੱਚ ਮਤਲਬ ਲਾਸਟ ਦਿਨ ਤੱਕ ਉਹ ਲੋਕਾਂ ਦੇ ਵਾਸਤੇ ਉਹ ਸੰਘਰਸ਼ ਕਰਦੇ ਰਹੇ ਨੇ। ਕਿਉਂ, ਕੌਣ ਨੇ ਲੋਕ ਇਹ ਜਿਨ੍ਹਾਂ ਨੇ ਉਹਨਾਂ ਦਾ ਕਤਲ ਕੀਤਾ? ਮੈਂ ਤਾਂ ਕਹਿੰਦਾ ਸਾਰਾ ਕੁਝ ਸਾਹਮਣੇ ਆਉਣਾ ਚਾਹੀਦਾ। ਇਹ ਬਹੁਤ ਪਹਿਲਾਂ ਕੰਮ ਹੋ ਜਾਣਾ ਚਾਹੀਦਾ ਸੀਗਾ। ਥੋੜਾ ਚਲੋ ਦੇਰ ਆਏ ਦੁਰਸਤ ਆਏ, ਕੋਈ ਇੱਧਰ ਨੂੰ ਗੱਲ ਹੋਰ ਨਿਕਲੂਗੀ। ਤੋ ਤਰਨਤਾਰਨ ਸ਼ਹਿਰ ਵਿੱਚ ਜੀ ਗਲੀ ਦਰਸ਼ਨ ਸਿੰਘ ਵਾਲੀ ਜੰਡਿਆਲਾ ਰੋਡ ਤੇ ਤਰਨਤਾਰਨ ਸ਼ਹਿਰ ਵਿਅਕਤੀ ਨੇ ਚਮਨ ਲਾਲ ਔਰ ਸੀਤਾ ਰਾਣੀ ਇਹਨਾਂ ਦੇ ਬੱਚੇ ਨੇ ਮੇਰੇ ਖਿਆਲ 5 ਬੱਚੇ ਨੇ, 4 ਲੜਕੇ 1 ਲੜਕੀ। ਸਭ ਤੋਂ ਵੱਡਾ ਇਹਨਾਂ ਦਾ ਬੱਚਾ ਉਹਦਾ ਨਾਮ ਹੈ ਗੁਲਸ਼ਨ ਕੁਮਾਰ, 22 ਸਾਲ ਦੀ ਉਮਰ ਹੈ ਉਹਦੀ। ਇਹ ਗੱਲ ਦੋਸਤੋ ਇੱਕ ਗੱਲ ਵਿੱਚ ਬੜੀ ਖਿਆਲ ਰੱਖਣੇ ਵਾਲੀ ਹੈ ਕਿ ਹਮੇਸ਼ਾ ਜਿਹੜਾ ਇੱਕ ਸਾਡੀ ਪਰਸੈਪਸ਼ਨ ਬਣੀ ਹੋਈ ਹੈ ਕਿ ਇਹ ਜਿਹੜਾ ਕਤਲੇਆਮ ਹੋਇਆ ਆ ਜਿਹੜਾ ਝੂਠੇ ਪੁਲਿਸ ਮੁਕਾਬਲੇ ਉਹ ਸਿਰਫ ਸਿੱਖਾਂ ਨਾਲ ਹੋਇਆ। ਔਰ ਇਹਦੇ ਵਿੱਚ ਬਹੁਤ ਸਾਰੇ ਕੇਸ ਜਿਹਦੇ ਵਿੱਚ ਹਿੰਦੂ ਜੈਂਟਲਮੈਨ, ਹਿੰਦੂ ਫੈਮਲੀਆਂ ਦੇ ਉੱਪਰ ਸਿਰਫ ਤੇ ਸਿਰਫ ਫਰੌਤੀ ਮੰਗਣ ਵਾਸਤੇ, ਜਿਹੜੀ ਪੁਲਿਸ ਦੀ ਫਰੌਤੀ ਹੈ ਉਹ ਮੰਗਣ ਵਾਸਤੇ ਉਹਨਾਂ ਦੇ ਕਤਲ ਕੀਤਾ ਗਿਆ। ਸੋ ਉਹ ਬੜੀ ਕਿਤਾਬ ਸਾਰਿਆਂ ਦੇ ਵਾਸਤੇ ਪੜ੍ਹਨ ਦੀ ਬਹੁਤ ਜ਼ਿਆਦਾ ਜ਼ਰੂਰੀ ਹੈ। ਠੀਕ, ਤੋ ਇਹ 22 ਸਾਲਾਂ ਦਾ ਲੜਕਾ ਇਹਨਾਂ ਦਾ ਸਭ ਤੋਂ ਵੱਡਾ ਹੈ ਬੱਚਿਆਂ ਚੋਂ, ਗੁਲਸ਼ਨ ਕੁਮਾਰ। ਤੋ ਇਹ ਪਰਿਵਾਰ ਇਹ ਪੜ੍ਹਦਾ ਵੀ ਹੈ ਤੇ ਪਰਿਵਾਰ ਦੀ ਸਬਜ਼ੀਆਂ ਦੀ ਦੁਕਾਨ ਹੈ। ਸੋ ਉੱਥੇ ਵੀ ਨਾਲ ਮਦਦ ਕਰਦਾ, ਕੰਮ ਵੀ ਕਰਦਾ ਹੈ ਪਰਿਵਾਰ ਦੇ ਸਬਜ਼ੀਆਂ ਵੇਚਣ ਦੀ ਦੁਕਾਨ 'ਚ। ਤੋ 22 ਜੂਨ 1993 ਰਾਤ ਦੇ 10:30 ਵਜੇ ਬਹੁਤ ਸਾਰੀ ਪੁਲਿਸ ਫੋਰਸ ਇਕੱਠੀ ਹੋ ਕੇ ਇਹਨਾਂ ਦੇ ਘਰ ਆਉਂਦੀ ਹੈ ਰਾਤ ਨੂੰ 10:30 ਵਜੇ। ਤੋ ਪੁਲਿਸ ਫੋਰਸ ਨੂੰ ਲੀਡ ਕਰ ਰਹੇ ਨੇ ਜੀ DSP ਦਿਲਬਾਗ ਸਿੰਘ ਤੇ SHO ਗੁਰਬਚਨ ਸਿੰਘ ਮਾਣੋਚਾਲ। ਇਹ ਤਰਨਤਾਰਨ ਜਿਹੜਾ ਸਿਟੀ ਪੁਲਿਸ ਸਟੇਸ਼ਨ ਹੈ ਉੱਥੋਂ ਆਏ ਨੇ। ਤੋ ਦਰਵਾਜ਼ਾ ਖੜਕਾਉਂਦੇ ਨੇ। ਸੋ ਉਹਨਾਂ ਕੋਲੋਂ ਦਰਵਾਜ਼ਾ ਖੁਲਵਾ ਲੈਂਦੇ ਨੇ। ਤੋ DSP ਨੇ ਜਿਹੜੇ ਦਿਲਬਾਗ ਸਿੰਘ ਉਹ ਬਾਕੀ ਫੋਰਸ ਨੂੰ ਇੰਸਟਰਕਸ਼ਨ ਦਿੰਦੇ ਨੇ ਕਿ ਜਿੰਨੇ ਮੇਲ ਮੈਂਬਰ ਨੇ ਪਰਿਵਾਰ ਦੇ ਉਹਨਾਂ ਨੂੰ ਕੁਟਾਪਾ ਕੀਤਾ ਜਾਵੇ ਉਹਨਾਂ ਦਾ। ਸੋ ਉਹਨਾਂ ਨੂੰ ਕੁੱਟਿਆ ਜਾਂਦਾ ਔਰ ਉਹਨਾਂ ਨੂੰ ਸਾਰਿਆਂ ਨੂੰ ਚੋਰ ਆਖਿਆ ਜਾਂਦਾ ਔਰ ਬਹੁਤ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਉਹਨਾਂ ਦੇ ਘਰ ਦੇ ਵਿੱਚ ਹੀ ਜੀ। ਔਰ ਸਭ ਤੋਂ ਜ਼ਿਆਦਾ ਜਿਹੜਾ ਕੁੱਟਿਆ ਜਾਂਦਾ ਹੈ
ਉਹ ਗੁਲਸ਼ਨ ਕੁਮਾਰ ਜਿਹੜਾ ਵੱਡਾ ਬੇਟਾ ਉਹਨੂੰ ਕਿਹਾ ਜਾਂਦਾ, ਗਿਣਾਇਆ ਜਾਂਦਾ ਕਿ ਤੂੰ ਆਹ ਚੋਰੀ ਕੀਤੀ, ਫਲਾਣੇ ਥਾਂ ਚੋਰੀ ਕੀਤੀ, ਇੱਥੇ ਚੋਰੀ ਕੀਤੀ, ਉਹ ਸਾਰਾ ਚੋਰੀ ਦਾ ਮਾਲ ਲਿਆ ਕੱਢ, ਉਹਨੂੰ ਕਿਹਾ ਜਾਂਦਾ। ਤਾਂ ਆਬਵੀਅਸਲੀ ਉਹਨਾਂ ਨੇ ਕਿਸੇ ਨੇ ਵੀ ਚੋਰੀ ਨਹੀਂ ਕੀਤੀ, ਉਹ ਜੀ ਕੀਤੀ ਵੀ ਹੋਵੇ ਸਾਰੇ ਪਰਿਵਾਰ ਨੂੰ ਕੋਈ ਤਰੀਕਾ ਨਹੀਂ ਹੈ, ਇਹ ਕੋਈ ਤਰੀਕਾ ਨਹੀਂ ਹੈ। ਵਾਰੰਟ ਲੈ ਕੇ ਆਓ, ਕਿਸੇ ਦੀ ਅਰੈਸਟ ਦਾ ਵਾਰੰਟ ਲੈ ਕੇ ਆਓ। ਸੋ ਖੈਰ ਇਸ ਸਿਚੁਏਸ਼ਨ 'ਚ ਉਹ ਗਰੀਬ ਪਰਿਵਾਰ ਆ, ਮਿਹਨਤ ਕਰਕੇ ਉਹ ਬੱਚਾ ਜਿਹੜਾ ਪੜ੍ਹਦਾ ਵੀ ਹੈ ਨਾਲ ਕੰਮ ਵੀ ਕਰਦਾ, ਸੋ ਆਬਵੀਅਸਲੀ ਪਰਿਵਾਰ ਦੀ ਸਥਿਤੀ ਕੋਈ ਇੰਨੀ ਸੋਲਿਡ ਨਹੀਂ ਹੋਏਗੀ ਫਾਈਨੈਂਸ਼ਲੀ। ਤਾਂ ਉਸ ਤੋਂ ਬਾਅਦ ਉਹ ਜਿਹੜਾ ਵੱਡਾ ਲੜਕਾ ਉਹਨੂੰ ਸਭ ਤੋਂ ਜ਼ਿਆਦਾ ਕੁੱਟਿਆ ਜਾਂਦਾ, ਸੋ ਚੀਕ ਝਾੜਾ ਪੈਂਦਾ। ਔਰ ਸੁਣ ਕੇ ਆਂਢੀ ਗੁਆਂਢੀ ਉਹਨਾਂ ਦੇ ਕਾਫੀ ਉੱਠ ਕੇ ਆ ਜਾਂਦੇ ਨੇ ਦੇਖਣ ਕਿ ਕੀ ਹੋ ਰਿਹਾ। ਤਾਂ ਜਿਸ ਤਰ੍ਹਾਂ ਹੀ ਸਾਰੇ ਗੁਆਂਢੀ ਆਉਂਦੇ ਨੇ, ਇਹ ਪੁਲਿਸ ਵਾਲੇ ਕੀ ਕਰਦੇ ਨੇ ਕਿ ਸਾਰੇ ਮੇਲ ਮੈਂਬਰ ਜਿਹੜੇ ਚੁੱਕ ਕੇ ਆਪਣੀ ਗੱਡੀ 'ਚ ਪਾਉਂਦੇ ਨੇ, ਤਾਂ ਉਹਨਾਂ ਨੂੰ ਆਬਵੀਅਸਲੀ ਨਾਲ ਲੈ ਕੇ ਜਾਣਾ ਇਹਨਾਂ ਨੇ। ਤਾਂ ਉਹਨਾਂ ਦੀ 18 ਸਾਲਾ ਬੇਟੀ ਵੀ ਹੈ ਇੰਦਰਜੀਤ, ਉਹਨੂੰ ਵੀ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਆ, ਪਰ ਉੱਥੇ ਗੁਆਂਢੀ ਜਿਹੜੇ ਮੌਜੂਦ ਨੇ ਉਹ ਮਤਲਬ ਇੰਟਰਵੀਨ ਇੰਨਾ ਕਰ ਲੈਂਦੇ ਆ ਕਿ ਉਹ ਲੜਕੀ ਨੂੰ ਨਹੀਂ ਲੈ ਕੇ ਜਾਣ ਦਿੰਦੇ। ਤਾਂ ਉਹਨਾਂ ਨੂੰ ਲੈ ਜਾਂਦੇ ਆ ਨਾਲ, ਘਰ ਸਾਰਾ ਛਾਣਬੀਣ ਕਰਕੇ 475 ਰੁਪਇਆ ਕੈਸ਼ ਲੈ ਜਾਂਦੇ ਆ, 3 ਸੋਨੇ ਦੀਆਂ ਅੰਗੂਠੀਆਂ ਔਰ 1 ਕੜੀ ਜੀ। ਉਸ ਤੋਂ ਬਾਅਦ ਜੀ ਪੁਲਿਸ ਸਟੇਸ਼ਨ ਜਾ ਕੇ ਜਿਹੜੇ SHO ਸਾਹਿਬ ਨੇ ਮਾਣੋ ਚਾਲ, ਉਹ ਸਾਰਿਆਂ ਨੂੰ ਫਿਰ ਥੱਲੇ ਲਟਾ ਕੇ ਉਲਟੇ ਲਟਾ ਕੇ ਜ਼ਮੀਨ ਤੇ ਕੁੱਟ ਕਟਈਆ ਫਿਰ ਉਹਨਾਂ ਦਾ ਹੁੰਦਾ ਹੈ ਬਹੁਤ ਬੁਰੀ ਤਰ੍ਹਾਂ। ਇਹ ਕਿਹੜੇ ਸਾਲ ਦੀ ਅਨੂ ਜੀ ਗੱਲ ਹੈ? 1993 22 ਜੂਨ 1993। ਔਰ ਜਿਹੜਾ ਉਹ ਵੱਡਾ ਲੜਕਾ ਗੁਲਸ਼ਨ ਕੁਮਾਰ, ਉਹਦੀ ਸਭ ਤੋਂ ਜ਼ਿਆਦਾ ਕੁੱਟਮਾਰ ਹੁੰਦੀ ਹੈ, ਉਹਦੀਆਂ ਲੱਤਾਂ 180 ਡਿਗਰੀ ਤੇ ਕਰਕੇ ਮਤਲਬ ਇੰਨੀ ਬੁਰੀ ਤਰ੍ਹਾਂ ਕੀਤਾ ਜਾਂਦਾ ਕਿ ਉਹ ਤੁਰਨ ਦੇ ਕਾਬਿਲ ਨਹੀਂ ਰਹਿੰਦਾ। ਸੋ ਅਗਲੇ 3 ਦਿਨ ਇਹੋ ਹੀ ਉਹਨਾਂ ਦਾ ਟੌਰਚਰ ਜਿਹੜਾ ਸਾਰੇ ਪਰਿਵਾਰ ਦਾ ਚੱਲਦਾ ਰਹਿੰਦਾ, ਮੇਲ ਮੈਂਬਰ ਜਿਹੜੇ ਪਰਿਵਾਰ ਦੇ। 26 ਜੂਨ ਵਾਲੇ ਦਿਨ ਚਮਨ ਲਾਲ ਜਿਹੜੇ ਕਿ ਉਹਨਾਂ ਦੇ ਪਿਤਾ ਨੇ ਔਰ 1 ਬੇਟੇ ਨੂੰ ਛੱਡ ਦਿੱਤਾ ਜਾਂਦਾ ਹੈ। ਉਹ ਵੀ ਤਾਂ ਛੱਡਿਆ ਜਾਂਦਾ ਹੈ ਕਿ ਆਬਵੀਅਸਲੀ ਜਿਹੜੇ ਪਿੱਛੇ ਔਰਤਾਂ ਪਰਿਵਾਰ 'ਚ ਰਹਿ ਗਈਆਂ ਨੇ, ਗੁਆਂਢੀਆਂ ਨੇ ਦੇਖਿਆ, ਉਹ ਇਕੱਠੇ ਹੋ ਕੇ ਤਰਨਤਾਰਨ ਸ਼ਹਿਰ ਦੇ ਜਿਹੜੇ ਕੋਈ ਥੋੜੇ ਇਨਫਲੂਐਂਸ਼ੀਅਲ ਲੋਕ ਨੇ ਉਹਨਾਂ ਨੂੰ ਇਕੱਠਿਆਂ ਕਰਕੇ ਉੱਥੇ ਆ ਜਾਂਦੇ ਨੇ ਪੁਲਿਸ ਸਟੇਸ਼ਨ ਜੀ। ਸੋ ਉਹ ਸਾਰੀ ਗੱਲਬਾਤ ਦੇਖ ਕੇ ਚਮਨ ਲਾਲ ਔਰ ਉਹਨਾਂ ਦੇ 1 ਬੇਟੇ ਨੂੰ ਛੱਡ ਦਿੱਤਾ ਜਾਂਦਾ ਹੈ। ਔਰ ਮੇਰਾ ਖਿਆਲ ਹੈ ਫਿਰ ਉਸ ਤੋਂ 2 ਦਿਨ ਬਾਅਦ 28 ਜੂਨ ਨੂੰ 1 ਲੜਕਾ ਹੋਰ ਛੱਡ ਦਿੱਤਾ ਜਾਂਦਾ ਹੈ। 30 ਜੂਨ ਨੂੰ ਫਿਰ ਤੀਸਰੇ ਲੜਕੇ ਨੂੰ ਵੀ ਛੱਡ ਦਿੱਤਾ ਜਾਂਦਾ, ਪਰ ਗੁਲਸ਼ਨ ਕੁਮਾਰ ਨੂੰ ਉਹਨਾਂ ਨੇ ਨਹੀਂ ਛੱਡਿਆ, ਉਹ ਸਭ ਤੋਂ ਵੱਡਾ ਬੱਚਾ ਉੱਥੇ ਹੀ ਹੈ। ਦੱਸਿਆ ਇਹ ਜਾਂਦਾ ਪਰਿਵਾਰ ਨੂੰ ਕਿ 2-3 ਦਿਨ ਤੱਕ ਗੁਲਸ਼ਨ ਕੁਮਾਰ ਨੂੰ ਵੀ ਛੱਡ ਦੇਵਾਂਗੇ, ਉਦੋਂ ਤੱਕ ਇਹਦੀਆਂ ਜਿਹੜੀਆਂ ਇੰਜਰੀਜ਼ ਨੇ ਇਹ ਠੀਕ ਹੋ ਜਾਣਗੀਆਂ ਥੋੜੀਆਂ, ਮਤਲਬ ਕਿ ਉਹਦੀ ਇੰਨੀ ਬੁਰੀ ਹਾਲਤ ਹੈ ਕਿ ਉਹ ਨਹੀਂ ਉਹਨੂੰ ਛੱਡਣਾ ਚਾਹੁੰਦੇ, ਜਾਂ ਅੱਗੇ ਜਾ ਕੇ ਹੋਰ ਵੀ ਗੱਲ ਕਲੀਅਰ ਹੋ ਜਾਣੀ ਹੈ। ਉਸ ਤੋਂ 1 ਹਫ਼ਤਾ ਬਾਅਦ ਜਿਹੜਾ ਉਹ DSP ਹੈ ਦਿਲਬਾਗ ਸਿੰਘ, ਉਹ ਇਹ ਡਿਮਾਂਡ ਕਰਦਾ ਕਿ 2 ਲੱਖ ਰੁਪਈਆ ਦੇ ਜੋ ਤੇ ਗੁਲਸ਼ਨ ਕੁਮਾਰ ਨੂੰ ਅਸੀਂ ਛੱਡ ਦੇਵਾਂਗੇ, ਲੈ ਜਾਓ ਇਹਨੂੰ। ਤਾਂ ਉਹ ਚਮਨ ਲਾਲ ਜਿਹੜੇ ਉਹਨਾਂ ਦੇ ਫਾਦਰ ਨੇ, ਉਹ ਕਹਿੰਦੇ ਨੇ ਕਿ ਵੀ ਅਸੀਂ ਤਾਂ ਬਹੁਤ ਗਰੀਬ ਪਰਿਵਾਰ ਹਾਂ, ਸਾਡੇ ਕੋਲ ਬਿਲਕੁਲ ਪੈਸਾ ਨਹੀਂ ਹੈ, ਸੋ ਮੈਂ ਤੁਹਾਨੂੰ ਦਰਖਾਸਤ ਕਰਦਾ ਕਿ ਮੇਰੇ ਬੱਚੇ ਨੂੰ ਛੱਡ ਦਿਓ ਤੁਸੀਂ। ਇਹਨੇ ਕੋਸ਼ਿਸ਼ ਕੀਤੀ। ਹਾਂ ਉਹ ਮੈਂ ਦੱਸਣਾ ਭੁੱਲ ਗਈ, ਉਹ 47 ਵਿੱਚ ਇਹ ਪਰਿਵਾਰ ਜਿਹੜਾ ਉੱਥੋਂ ਉਜੜ ਕੇ ਇੱਧਰ ਆਇਆ, ਤਾਂ ਇਹਨਾਂ ਨੂੰ ਇਹਨਾਂ ਦੇ ਹਿੱਸੇ ਦੀ ਬਣਦੀ ਮੇਰੇ ਖਿਆਲ ਜਿੰਨੀ ਉਧਰ ਜ਼ਮੀਨ ਹੋਏਗੀ ਇੱਥੇ ਮਿਲ ਗਈ, ਤੇ ਇਹਨਾਂ ਨੇ ਆਪਣਾ ਘਰ ਘੱਟ ਵਸਾਇਆ, ਛੋਟੀ ਦੁਕਾਨ ਸਬਜ਼ੀਆਂ ਦੀ ਪਾਲੀ। ਸੋ ਇੱਕ ਵਾਰੀ ਪਹਿਲਾਂ ਉਜੜ ਕੇ ਇਹ ਟੱਬਰ ਇੱਥੇ ਆਇਆ ਜੀ। ਤੋ ਉਹ ਖੈਰ ਉਹਨਾਂ ਨੇ ਤੇ ਫਰੋਦੀ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਪੈਸੇ ਲੈਣੇ ਆ, ਉਹ ਉਹਨੂੰ ਕਹਿੰਦੇ ਆ ਕਿ ਜੇ ਬੱਚਾ ਆਪਣਾ ਤੈਨੂੰ ਜਿਉਂਦਾ ਜਾਗਦਾ ਚਾਹੀਦਾ 2 ਲੱਖ ਰੁਪਈਆ ਦੇਣਾ ਪਏਗਾ। ਸੋ ਚਮਨ ਲਾਲ ਫਿਰ ਕੀ ਕਰਦੇ ਆ ਕਿ ਨੈਕਸਟ ਜਿਹੜਾ ਅਫਸਰ ਹੈ SSP ਅਜੀਤ ਸਿੰਘ ਸੰਧੂ, ਉਹਨਾਂ ਨਾਲ ਜਾ ਕੇ ਗੱਲ ਕਰਦੇ ਨੇ, ਤਾਂ ਉਹ ਸਿੱਧਾ ਹੀ ਇਨਕਾਰ ਕਰ ਦਿੰਦੇ ਨੇ ਇੰਟਰਵੀਨ ਕਰਨ ਦਾ। ਉਹ ਕਹਿੰਦੇ ਕਿ ਤੁਸੀਂ DSP ਦਿਲਬਾਗ ਸਿੰਘ ਨਾਲ ਹੀ ਗੱਲ ਕਰੋ, ਮੇਰੇ ਨਾਲ ਇਸ ਗੱਲ ਦਾ ਕੋਈ ਮਤਲਬ ਨਹੀਂ ਹੈ। ਫਿਰ DSP ਕੋਲ ਦੁਬਾਰਾ ਜਾਂਦੇ, ਉਹਨੂੰ ਕਹਿੰਦੇ ਕਿ ਕਮ ਸੇ ਕਮ ਤੁਸੀਂ ਜਿਹੜਾ 2 ਲੱਖ ਹੈ ਰਕਮ ਹੀ ਘੱਟ ਕਰ ਲਓ, ਘੱਟ ਜਿਹੜਾ ਸ਼ਾਇਦ ਅਸੀਂ ਉਹ ਮੈਨੇਜ ਕਰ ਲਈਏ, ਇਕੱਠਾ ਕਰ ਲਈਏ ਕਿਤੋਂ। ਤੇ ਉਹ ਉਸ ਗੱਲ ਤੇ ਵੀ ਨਹੀਂ ਮੰਨਦੇ। ਉਹ ਇੰਨੀ ਕੁ ਮੰਨ ਜਾਂਦੇ ਆ ਕਿ ਤੁਹਾਨੂੰ ਇੰਨੀ ਇਜਾਜ਼ਤ ਦੇ ਦਿੰਦੇ ਆ ਕਿ ਤੁਸੀਂ ਆਪਣੇ ਲੜਕੇ ਨੂੰ ਮਿਲਣ ਆ ਜਾ ਸਕਦੇ ਹੋ, ਰੋਜ਼ ਉਹਨੂੰ ਖਾਣਾ ਵਗੈਰਾ ਲਿਆ ਸਕਦੇ ਹੋ, ਕੱਪੜੇ। ਸੋ ਅਗਲੇ ਦਿਨ ਉਹਦੇ ਲਈ ਖਾਣਾ ਕੱਪੜੇ ਬਦਲਣ ਲਈ ਲੈ ਕੇ ਆ ਜਾਂਦੇ ਨੇ। ਔਰ ਇਨ ਦਾ ਮੀਨ ਟਾਈਮ ਉਹ ਲੜਕੇ ਦਾ ਟੌਰਚਰ ਜਿਹੜਾ ਉਹ ਲਗਾਤਾਰ ਜਾਰੀ ਹੈ, ਉਹ ਨਹੀਂ ਰੁਕਿਆ। ਤੋ ਆਖਰੀ ਦਿਨ ਜਿਹੜਾ ਚਮਨ ਲਾਲ ਨੇ ਆਪਣੇ ਉਸ ਗੁਲਸ਼ਨ ਕੁਮਾਰ ਬੇਟੇ ਨੂੰ ਦੇਖਿਆ, ਉਹ ਸੀ ਜੀ 22 ਜੁਲਾਈ 1993 ਤਰਨਤਾਰਨ ਸਿਟੀ ਪੁਲਿਸ ਸਟੇਸ਼ਨ ਵਿੱਚ। ਉਸ ਦਿਨ ਉਹਦੇ ਲਈ ਖਾਣਾ ਲੈ ਕੇ ਆਏ ਨੇ ਉਹ। ਔਰ ਉਹ ਚਮਨ ਲਾਲ ਦੀ ਇੰਨੀ ਗੁਲਸ਼ਨ ਕੁਮਾਰ ਦੀ ਇੰਨੀ ਜ਼ਿਆਦਾ ਕੁੱਟਮਾਰ ਹੋਈ ਹੈ ਕਿ ਉਹ
ਬਿਲਕੁਲ ਹਿਲ ਜੁਲ ਨਹੀਂ ਸਕਦਾ, ਤੁਰ ਫਿਰ ਨਹੀਂ ਸਕਦਾ। ਸੋ ਉਹਨੂੰ ਕੋਈ ਚੁੱਕ ਕੇ ਇੱਥੋਂ ਚੁੱਕ ਕੇ ਉੱਥੇ ਰੱਖ ਦੇ ਜੀ। ਸੋ ਉਹਨਾਂ ਦੇ ਸਾਹਮਣੇ ਉਹਨੂੰ ਰੱਖ ਦਿੱਤਾ ਜਾਂਦਾ। ਉਹ ਆਪਣੇ ਹੱਥੀਂ ਆਪਣੇ ਪੁੱਤ ਨੂੰ ਖਾਣਾ ਖਵਾਉਣਾ ਚਾਹੁੰਦੇ ਨੇ। ਇੰਨਾ ਜ਼ਿਆਦਾ ਟੌਰਚਰ ਹੋਇਆ ਕਿ ਉਹ ਖਾਣਾ ਜਿਹੜਾ ਹੈ ਉਹ ਅੰਦਰ ਹਲਕ ਤੋਂ ਲੰਘਾ ਨਹੀਂ ਸਕਦਾ। ਅੱਛਾ, ਫਿਰ ਬਾਪ ਸੋਚ ਲੈਂਦਾ ਹੈ ਕਿ ਇਹ ਸੋਲਿਡ ਨਹੀਂ ਖਾ ਸਕਦਾ, ਮੈਂ ਇਹਦੇ ਲਈ ਕੋਈ ਪੀਣ ਵਾਲੀ ਚੀਜ਼ ਲਿਆਉਣਾ, ਸ਼ਾਇਦ ਪੀ ਲਵੇ ਕੁਛ। ਉਹ ਬਾਹਰ ਪੁਲਿਸ ਸਟੇਸ਼ਨ ਦੇ ਕਿਤੇ ਕੋਈ ਚਾਹ ਵਾਲੀ ਰੇੜੀ ਖੋਖਾ ਕੋਈ ਹੋਏਗਾ, ਉੱਥੋਂ ਜਾ ਕੇ ਉਹ ਚਾਹ ਲੈ ਆਉਂਦੇ ਨੇ। ਕਿੰਨਾ ਕੁ ਚਿਰ ਲੱਗਿਆ ਹੋਏਗਾ ਮੈਨੂੰ ਨਹੀਂ ਪਤਾ, ਅੱਧਾ ਘੰਟਾ ਵੱਧ ਤੋਂ ਵੱਧ। ਅੱਛਾ, ਉਹ ਚਾਹ ਲੈ ਕੇ ਆਉਂਦੇ ਨੇ, ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ। ਗੇਟ ਤੇ ਜਿਹੜਾ ਕਾਂਸਟੇਬਲ ਖੜਾ ਹੈ ਉਹ ਉਹਨਾਂ ਨੂੰ ਕਹਿੰਦਾ ਕਿ ਗੁਲਸ਼ਨ ਕੁਮਾਰ ਇੱਥੇ ਹੁਣ ਨਹੀਂ ਹੈ, ਉਹਨੂੰ ਇੱਥੋਂ ਲਿਜਾਇਆ ਜਾ ਚੁੱਕਿਆ ਹੈ ਤੇ ਮੋਸਟ ਪ੍ਰੋਬੇਬਲੀ ਉਹਨੂੰ ਕਿਸੇ ਐਨਕਾਊਂਟਰ 'ਚ ਮਾਰ ਦਿੱਤਾ ਗਿਆ, ਇਸ ਲਈ ਤੁਸੀਂ ਸਿਵਲ ਹਸਪਤਾਲ ਜਾ ਕੇ ਪਤਾ ਕਰੋ। ਇੱਥੇ ਫਿਰ ਖਾਲੜਾ ਜੀ ਹੁਣਾਂ ਦੀ ਸਾਥੀ ਦੀ ਇਨਵੈਸਟੀਗੇਸ਼ਨ ਸ਼ੁਰੂ ਹੋਈ ਨਾ। ਹਾਂਜੀ ਹਾਂ, ਉਹੀ ਉਹਨਾਂ ਦੀ ਮਿਸਿਸ ਦੀ ਵੀ ਜਿਹੜੀ ਇੰਟਰਵਿਊ ਹੈ ਉਹ ਕਹਿੰਦੇ ਕਿ ਉਹ 25,000 ਤੱਕ ਠੀਕ ਸੀਗੀ। ਜਦੋਂ ਖਾਲੜਾ ਸਾਹਿਬ ਨੇ 25,001 ਦਾ ਜਦੋਂ ਹਿਸਾਬ ਕਿਤਾਬ ਪੁੱਛਿਆ, ਉਦੋਂ ਤੋਂ ਫਿਰ ਸਾਰਾ ਉਹਨਾਂ ਦੇ ਖਿਲਾਫ ਜਾਂਦੀ ਹੈ ਗੱਲ। ਹਸਪਤਾਲ ਜਾ ਕੇ ਜੀ ਉੱਥੇ ਜਿਹੜੇ ਡਾਕਟਰ ਸਨ, ਡਾਕਟਰ ਕਰਨੈਲ ਕੌਰ, ਉਹਨਾਂ ਨੇ ਪੋਸਟਮਾਰਟਮ ਕਰ ਚੁੱਕੇ ਸਨ। ਉਹ ਇਹਨਾਂ ਦੇ ਜਾਣ ਪਛਾਣ ਦੇ ਵੀ ਸੀ ਕਿਉਂਕਿ ਇਹਨਾਂ ਦੀ ਦੁਕਾਨ ਤੋਂ ਸਬਜ਼ੀਆਂ ਖਰੀਦਦੇ ਸਨ। ਸੋ ਉਹਨਾਂ ਨੇ ਮੇਰੇ ਖਿਆਲ ਸ਼ਾਇਦ ਸਿੰਪੈਥੈਟਿਕਲੀ ਇਹਨਾਂ ਨਾਲ ਗੱਲਬਾਤ ਕਰਕੇ ਦੱਸ ਦਿੱਤਾ ਹੋਏਗਾ। ਫਿਰ ਉਸ ਤੋਂ ਅਗਲੇ ਦਿਨ 23 ਜੁਲਾਈ 1993 ਮੇਨ ਜਿਹੜੇ ਨਿਊਜ਼ਪੇਪਰ ਸਨ ਉਹਨਾਂ 'ਚ ਵੀ ਖਬਰਾਂ ਲੱਗੀਆਂ ਕਿ ਪਲਾਸੌਰ ਬ੍ਰਿਜ ਤੇ ਜਰਨੈਲ ਸਿੰਘ ਨਾਮ ਦਾ ਔਰ 3 ਅਨਆਈਡੈਂਟੀਫਾਈਡ ਮਿਲੀਟੈਂਟਸ ਦਾ ਐਨਕਾਊਂਟਰ ਕੀਤਾ ਗਿਆ ਤਰਨਤਾਰਨ ਪੁਲਿਸ ਦੁਆਰਾ, ਔਰ SHO ਮਾਣੋਚਾਲ ਨੇ ਉਹ ਲੀਡ ਕੀਤਾ ਸਾਰਾ ਕੁਝ। ਤੋ ਉਹਦੇ ਵਿੱਚ ਜਿਹੜੇ ਅਨਆਈਡੈਂਟੀਫਾਈਡ 3 ਸਨ, ਉਹਨਾਂ ਚੋਂ ਇੱਕ ਗੁਲਸ਼ਨ ਕੁਮਾਰ ਦੀ ਫੋਟੋ ਸੀ। ਉਹ ਦੇਖਿਆ, ਮਾਂ ਨੂੰ ਇੰਨਾ ਧੱਕਾ ਲੱਗਿਆ ਕਿ ਉਸ ਤੋਂ 2-2.5 ਮਹੀਨੇ ਬਾਅਦ ਮਾਂ ਦਿਲ ਦੇ ਦੌਰੇ ਨਾਲ ਮਰ ਗਈ। ਪਰ ਉਸ ਤੋਂ ਪਹਿਲਾਂ ਇਹ 24 ਜੁਲਾਈ 1993 ਵਾਲੇ ਦਿਨ ਚਮਨ ਲਾਲ ਤੇ ਉਹਨਾਂ ਦਾ ਭਰਾ ਮੋਹਨ ਲਾਲ ਦੁਬਾਰਾ ਜਾਂਦੇ ਨੇ ਤਰਨਤਾਰਨ ਪੁਲਿਸ ਸਟੇਸ਼ਨ ਪੁੱਛਣ ਕਿ ਇਹ ਇਸ ਤਰ੍ਹਾਂ ਕਿਉਂ ਹੋਇਆ। ਸਾਡਾ ਲੜਕਾ ਅਨਆਈਡੈਂਟੀਫਾਈਡ ਨਹੀਂ ਸੀ, ਮਿਲੀਟੈਂਟ ਵੀ ਨਹੀਂ ਸੀ, ਔਰ ਨਾ ਹੀ ਤੁਸੀਂ ਸਾਨੂੰ ਉਹਦਾ ਸਰੀਰ ਦਿੱਤਾ, ਮ੍ਰਿਤਕ ਸਰੀਰ ਦਿੱਤਾ, ਨਾ ਹੀ ਉਹਦੇ ਅੰਤਮ ਸੰਸਕਾਰ ਤੇ ਸਾਨੂੰ ਉੱਥੇ ਪਹੁੰਚਣ ਦਿੱਤਾ। ਉਹਨਾਂ ਨਾਲ ਕੋਈ ਸਿੰਪਥੀ ਤੇ ਕੀ ਹੋਣੀ ਹੈ। ਉਹ DSP ਦਿਲਬਾਗ ਸਿੰਘ, SHO ਮਾਣੋਚਾਲ, ਉਹਨਾਂ ਨੂੰ ਡਰਾਉਂਦੇ ਧਮਕਾਉਂਦੇ ਨੇ ਕਿ ਤੁਸੀਂ ਮੂੰਹ ਆਪਣਾ ਬੰਦ ਕਰ ਲਓ, ਨਹੀਂ ਤੇ ਤੁਹਾਡਾ ਵੀ ਇਹੋ ਹੀ ਹਸ਼ਰ ਹੋਏਗਾ, ਤੁਹਾਡਾ ਅੰਤ ਵੀ ਇਸ ਤਰ੍ਹਾਂ ਹੀ ਹੋਏਗਾ ਅਗਰ ਤੁਸੀਂ ਇਹ ਨਾ ਕੰਮ ਛੱਡਿਆ। ਉਸ ਤੋਂ ਬਾਅਦ ਫਿਰ 8 ਅਗਸਤ 1996 ਵਿੱਚ CBI ਪਬਲਿਕ ਨੋਟਿਸ ਲਗਾਉਂਦੀ ਹੈ ਨਿਊਜ਼ਪੇਪਰਸ 'ਚ ਕਿ ਜਿਨ੍ਹਾਂ ਦੇ ਇਸ ਤਰ੍ਹਾਂ ਜੀ ਪਰਿਵਾਰਕ ਜੀ ਡਿਸਅਪੀਅਰ ਹੋ ਗਏ ਨੇ, ਉਹਨਾਂ ਦੀ ਅਸੀਂ ਇਨਵੈਸਟੀਗੇਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਆਪਣੀਆਂ ਕੰਪਲੇਂਟਸ, ਆਪਣੀ ਸਾਰੀ ਇਨਫੋਰਮੇਸ਼ਨ ਸਬਮਿਟ ਕਰ ਸਕਦੇ ਹੋ। ਤੋ ਚਮਨ ਲਾਲ ਆਪਣਾ ਸਾਰਾ ਲਿਖਤੀ ਉਹਨਾਂ ਨੂੰ ਦੇ ਦਿੰਦੇ ਆ CBI ਨੂੰ। ਤੋ ਉਸ ਵਕਤ SSP ਜਗਦੀਸ਼ ਮਿੱਤਲ ਨੇ ਅੰਮ੍ਰਿਤਸਰ ਵਿੱਚ ਔਰ ਜਿਹੜੇ DIG ਰਜਿੰਦਰ ਸਿੰਘ ਨੇ, ਉਹ ਮਿਲ ਕੇ ਇਹਨਾਂ ਨੂੰ ਮੂੰਹ ਬੰਦ ਕਰਨ ਦੇ ਪੈਸੇ ਦੇਣ ਦੀ ਕੋਸ਼ਿਸ਼ ਕਰਦੇ ਨੇ ਕਿ ਤੁਸੀਂ ਸਮਝੌਤਾ ਕਰ ਲਓ ਔਰ ਨਾ ਬਾਰ-ਬਾਰ ਇਹੋ ਹੀ ਗੱਲਾਂ ਕਰੋ। ਖੈਰ ਚਮਨ ਲਾਲ ਨਹੀਂ ਹਟੇ ਕਿਉਂਕਿ ਉਹਨਾਂ ਨੂੰ ਨਿਆਂ ਚਾਹੀਦਾ ਸੀ ਆਪਣੇ ਬੇਟੇ ਦੀ ਬਿਲਕੁਲ ਅਨਨੈਸੈਸਰੀ ਮੌਤ ਦਾ। ਤੋ ਉਹਨਾਂ ਨੇ ਉਹ CBI ਨੂੰ ਸਾਰੇ ਇਨਫੋਰਮੇਸ਼ਨ ਨਹੀਂ ਵਿਡਰਾ ਕੀਤੀ। ਤੋ CBI ਦੀ ਇਨਵੈਸਟੀਗੇਸ਼ਨ ਨੇ ਇਹ ਫੈਸਲਾ ਦਿੱਤਾ ਕਿ ਉਹ ਪੁਲਿਸ ਆਫਿਸਰ ਜਿਹੜੇ ਨੇ ਉਹ ਅਬਡਕਸ਼ਨ ਤੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਜਿਹੜੀ ਗੁਲਸ਼ਨ ਕੁਮਾਰ ਦੀ ਹੋਈ ਹੈ ਉਹਦੇ ਵਿੱਚ ਜਿਹੜੇ ਗਿਲਟੀ ਪਾਏ ਗਏ ਨੇ ਉਹਨਾਂ ਦਾ ਨਾਂ ਉਹਨਾਂ ਨੇ ਦੱਸਿਆ ਔਰ ਚਾਰਜ ਸ਼ੀਟ ਵੀ ਫਾਈਲ ਕੀਤੀ ਹੈ ਜੀ। ਇਹਨੇ DSP ਦਿਲਬਾਗ ਸਿੰਘ, SHO ਗੁਰਬਚਨ ਸਿੰਘ ਮਾਣੋਚਾਲ, SI ਬਲਬੀਰ ਸਿੰਘ, ASI ਦਵਿੰਦਰ ਸਿੰਘ ਤੇ ASI ਅਰਜਨ ਸਿੰਘ। ਉਹ ਕੇਸ ਦਾ ਟ੍ਰਾਇਲ ਅਜੇ ਤੱਕ ਪੈਂਡਿੰਗ ਹੈ 1996 ਤੋਂ ਹੁਣ ਤੱਕ। ਔਰ ਉਸ ਤੋਂ ਬਾਅਦ ਉਸੇ ਵਕਤ ਚਮਨ ਲਾਲ ਹੋਰਾਂ ਨੇ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਹੋਰਾਂ ਦੇ ਨਾਲ ਵੀ ਉਹ ਹਰਿਆਣਾ ਪੰਜਾਬ ਦੀ ਕੋਰਟ ਵਿੱਚ ਰਿਟ ਦਾਇਰ ਕੀਤੀ ਹੈ, ਉਹ ਵੀ ਸਾਰਾ ਕੁਝ ਪੈਂਡਿੰਗ ਹੈ। ਅਸੀਂ ਗੱਲ ਕਰਦੇ ਰੀਕੈਂਸਲੀਏਸ਼ਨ ਦੀ ਤੇ ਹਜੇ ਤੱਕ ਤੇ ਮੇਰੇ ਖਿਆਲ ਹੋਰ 100 ਸਾਲ ਲੱਗ ਜਾਣੇ ਆ ਸਿਰਫ ਜਦੋਂ ਤੱਕ, ਕਿਉਂਕਿ ਵੇਟ ਕਰਨ ਡਿਆ ਵੀ ਜਦੋਂ ਇਹ ਸਾਰੇ ਜਿਹੜੇ ਆਲੇ ਦੁਆਲੇ ਰਿਸ਼ਤੇਦਾਰ ਨੇ ਮਰ ਮੁੱਕ ਜਾਣਗੇ ਤੇ ਸਾਰੀਆਂ ਗੱਲਾਂ ਉਹਦੇ ਨਾਲ ਖਤਮ ਹੋ ਜਾਣਗੀਆਂ। ਪਰ ਗੱਲਾਂ ਅਨੂ ਜੀ ਜ਼ਰੂਰ ਖੁੱਲਣਗੀਆਂ, ਇਹ ਸੱਚ ਹਮੇਸ਼ਾ ਸਾਹਮਣੇ ਆਊਗਾ ਕਿਉਂਕਿ ਜਸਵੰਤ ਸਿੰਘ ਖਾਲੜਾ ਵਰਗੇ ਲੋਕ ਦੁਨੀਆ ਤੇ ਆਉਂਦੇ ਹੀ ਰਹਿਣੇ ਨੇ। ਬਿਲਕੁਲ ਜੀ, ਬਿਲਕੁਲ। ਇਸ ਲਈ ਇਹ ਬਿਲਕੁਲ ਸਹੀ ਗੱਲਾਂ ਖਤਮ ਮੇਰਾ ਨਹੀਂ ਖਿਆਲ ਹੋਣਗੀਆਂ। ਕੋਈ ਨਾ ਕੋਈ ਟਾਵਾਂ ਵਿਅਕਤੀ ਇਸ ਤਰ੍ਹਾਂ ਦਾ ਆਉਂਦਾ ਹੀ ਰਹੇਗਾ, ਦੁਨੀਆ ਤੇ ਹਮੇਸ਼ਾ ਰਹੇਗਾ। ਬਿਲਕੁਲ ਬਿਲਕੁਲ ਅਨੂ ਜੀ। ਤੋ ਸਾਥੀਓ, ਤੁਸੀਂ ਸੁਣ ਰਹੇ ਪ੍ਰੋਗਰਾਮ ਰੇਡੀਓ ਇਨਕਲਾਬ, ਜਿਹੜਾ ਕਿ ਹਰ ਸੋਮਵਾਰ ਤੁਸੀਂ ਸੁਣਦੇ ਹੋ ਸਾਡੇ ਨਾਲ ਸ਼ਾਮ 5 ਤੋਂ 5:55 ਤੱਕ ਪਲੈਨਟ 104.6 FM ਤੋਂ। ਤੋ ਅਗਲੀ ਜਿਹੜੀ ਗੱਲਬਾਤ ਹੈ, ਮੈਂ ਜਿਹੜੀ ਆਡੀਓ ਹੈ ਉਹਨੂੰ
ਸਕਿਊ ਕਰਦੀ ਹੈ ਉਹਨਾਂ ਦੇ ਤੱਕ ਤੁਸੀਂ ਭਾਰਤੀ ਜੀ ਅਗਰ ਇੰਟਰੋਡਕਸ਼ਨ ਜਾਂ ਥੋੜੀ ਜਿਹਾ ਰੀਕੈਪ ਦਿੰਦੇ ਚਲੋ ਸਾਰਿਆਂ ਨੂੰ ਜੀ ਬੇਸਿਕਲੀ ਜਿਹੜਾ ਅਨੂ ਜੀ ਜਿਹੜਾ ਇਹਦੇ ਪ੍ਰੋਗਰਾਮ ਦੇ ਵਿੱਚ 2 ਚੈਪਟਰ ਸੀਗੇ ਇੱਕ ਚੈਪਟਰ ਇਹ ਸੀਗਾ ਕਿ ਜਿਹੜਾ ਕੈਪੀਟਲਿਸਟ ਸਿਸਟਮ ਆ ਪ੍ਰੋਫਿਟ ਬੇਸ ਸਿਸਟਮ ਹੈ ਜਿਹਦੇ ਵਿੱਚ ਜਿਹੜੇ ਕੋਆਪਰੇਸ਼ਨ ਦੇ ਵਿੱਚ ਜਿਹੜੇ ਥੋੜੇ ਉਹਨਾਂ ਦੇ CEO ਨੇ ਜਾਂ ਉਹਨਾਂ ਦੇ ਸ਼ੇਅਰ ਹੋਲਡਰ ਨੇ ਉਹ ਜਿਹੜੇ ਉਹਨਾਂ ਦੇ ਵਰਕਰ ਨੇ ਉਹਨਾਂ ਦੇ ਵਾਸਤੇ ਡਿਸੀਜਨ ਬਣਾਉਂਦੇ ਨੇ ਤੇ ਜਿਹੜਾ ਇੱਕ ਕੋਆਪਰੇਟਿਵ ਸਿਸਟਮ ਆ ਇੱਕ ਸੋਸ਼ਲਿਸਟ ਸਿਸਟਮ ਆ ਇੱਕ ਕਮਿਊਨਿਸਟ ਸਿਸਟਮ ਹੈ ਉਹ ਡਿਮਾਂਡ ਕਰਦਾ ਹੈ ਕਿ ਜਿਵੇਂ ਕਾਰਲ ਮਾਰਕਸ ਕਹਿੰਦੇ ਨੇ ਕਿ ਡਿਕਟੇਟਰਸ਼ਿਪ of the proletariat ਮਤਲਬ ਕਿ ਜਿਹੜਾ ਕੰਮ ਹੈ ਮਜ਼ਦੂਰ ਵਾ ਕਿਸਾਨ ਵਾ ਉਹਦੀ ਡਿਕਟੇਟਰਸ਼ਿਪ ਹੋਣੀ ਚਾਹੀਦੀ ਆ ਉਹ ਡਿਕਟੇਟ ਕਰੂਗਾ ਕਿ ਕਿਹੜੇ ਫੈਸਲੇ ਜਿਹੜੇ ਖੇਤੀਬਾੜੀ ਦੇ ਮਾਮਲੇ ਦੇ ਵਿੱਚ ਫੈਕਟਰੀ ਦੇ ਵਿੱਚ ਲਏ ਜਾਣ ਸੋ ਉਹ ਦੋਨੇ ਸਿਸਟਮ ਨੂੰ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਕੰਪੇਅਰ ਕੀਤਾ ਔਰ ਦੂਸਰਾ ਹੁਣ ਜਿਹੜਾ ਉਹਨਾਂ ਦਾ ਜਿਹੜਾ ਉਹਨੂੰ ਜੀ ਚੈਪਟਰ ਵਾ ਉਹ ਵੀ ਬਾ ਕਮਾਲ ਹੈ ਉਹਨਾਂ ਨੇ ਇਤਿਹਾਸ ਦੇ ਵਿੱਚ ਜਿਨ੍ਹਾਂ ਨੇ ਇਹ ਸਿਸਟਮ ਤੱਕ ਪਹੁੰਚਣ ਦੀ ਜਾਂ ਇਸ ਸਿਸਟਮ ਵਰਗਾ ਕੁਛ ਪੈਦਾ ਕਰਨ ਵਾਸਤੇ ਜਿਨ੍ਹਾਂ ਲੋਕਾਂ ਨੇ ਸੰਘਰਸ਼ ਕੀਤਾ ਖਾਸ ਕਰਕੇ ਆਪਾਂ ਗੱਲ ਕਰੀਏ ਚਾਈਨਾ ਜੀ ਦਾ ਰਸ਼ੀਆ ਦੀ ਚਾਈਨਾ ਤੇ ਟੋਟਲੀ 100% ਵੈਰੀ ਵੈਲ ਆਰਗੇਨਾਈਜ਼ਡ ਕੈਪੀਟਲਿਸਟ ਸਿਸਟਮ ਆ ਹੁਣ ਪਰ ਰਸ਼ੀਆ ਵੀ ਉਹ ਸਟੇਜ ਤੱਕ ਨਹੀਂ ਪਹੁੰਚ ਸਕਿਆ ਜਿਹਦੇ ਵਿੱਚ ਜਿਹੜਾ ਮਜ਼ਦੂਰ ਤੇ ਕਿਸਾਨ ਜਿਹੜਾ ਵਰਕਰ ਆ ਉਹਦੀ ਖੁਦ ਮੁਖਤਿਆਰੀ ਹੋਵੇ ਔਰ ਕਮਾਲ ਦੀ ਗੱਲ ਇਹ ਹੈ ਜਿਹੜਾ ਉਹਨਾਂ ਨੇ ਜਿਹੜਾ ਕੰਪੈਰੀਜ਼ਨ ਕਰਨਾ ਕਿ ਇੱਕ ਜਿਹੜਾ ਪ੍ਰਾਈਵੇਟ ਕੈਪੀਟਲਿਜ਼ਮ ਹੈ ਦੂਸਰਾ ਸਟੇਟ ਕੈਪੀਟਲਿਜ਼ਮ ਆ ਅਸੀਂ ਅਨੂ ਜੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਮੇਸ਼ਾ ਪ੍ਰਮੋਟ ਕਰਦੇ ਹਾਂ ਕਿ ਜਿਹੜੀਆਂ ਸਟੇਟ ਓਨਡ ਜਿਹੜੀਆਂ ਫੈਕਟਰੀਆਂ ਨੇ ਜਾਂ ਸਟੇਟ ਓਨਡ ਜਿਹੜਾ ਵੀ ਕਾਰੋਬਾਰ ਹੈ ਉਹ ਪ੍ਰਾਈਵੇਟ ਜਿਹੜਾ ਓਨ ਆ ਉਹਨਾਂ ਨਾਲੋਂ ਹਮੇਸ਼ਾ ਵਧੀਆ ਹੁੰਦੇ ਕਿਉਂਕਿ ਇੱਕ ਤੁਹਾਡੀ ਜੇ ਉਹ ਕੋਈ ਗੜਬੜ ਕਰਦੇ ਨੇ ਲੋਕਾਂ ਨਾਲ ਧੱਕਾ ਕਰਦੇ ਨੇ ਇੱਕ ਤੇ ਉਹਦੇ ਵਿੱਚ ਪ੍ਰੋਫਿਟ ਮੇਕਿੰਗ ਵਾਲਾ ਕੋਈ ਚੱਕਰ ਨਹੀਂ ਹੁੰਦਾ ਉਹ ਜਿਹੜਾ ਵੀ ਪ੍ਰੋਫਿਟ ਹੁੰਦਾ ਉਹ ਲੋਕਾਂ ਦੇ ਵਿੱਚ ਵੰਡਿਆ ਜਾਂਦਾ ਹੈ ਤੇ ਦੂਸਰਾ ਉਹਦੀ ਇੱਕ ਰਿਸਪੌਂਸਿਬਿਲਿਟੀ ਹੁੰਦੀ ਹੈ ਜੇ ਕੋਈ ਉਹ ਗਲਤ ਕੰਮ ਕਰਦਾ ਜਿਹੜੀ ਪ੍ਰਾਈਵੇਟ ਕੰਪਨੀਆਂ ਨੇ ਉਹ ਮੰਨ ਲਓ ਇਹ ਹੁਣ ਠੀਕ ਹੈ ਇਸ ਮੁਲਕ ਦੇ ਵਿੱਚ ਕਿਸੇ ਹੱਦ ਤੱਕ ਰਿਸਪੌਂਸਿਬਿਲਿਟੀ ਹੈਗੀ ਆ ਪਰ ਜਦੋਂ ਜਿਹੜੀ ਪ੍ਰੋਡਕਸ਼ਨ ਆ ਜਿਹੜੀ ਦੂਸਰੀ ਜਗ੍ਹਾ ਤੇ ਜਾਂਦੀ ਹੈ ਦੂਸਰੇ ਮੁਲਕਾਂ ਦੇ ਵਿੱਚ ਇੰਡੋਨੇਸ਼ੀਆ ਚਾਈਨਾ ਦੇ ਵਿੱਚ ਉਹ ਜਿਹੜਾ ਉੱਥੇ ਲੋਕਾਂ ਜਿਹੜਾ ਘਾਣ ਹੁੰਦਾ ਹੈ ਸੋ ਪਰ ਉਹ ਇਹਦੇ ਵਿੱਚ ਕਹਿਣਗੇ ਕਿ ਈਵਨ ਜਿਹੜਾ ਸਟੇਟ ਕੈਪੀਟਲਿਜ਼ਮ ਆ ਜਿਹਦੇ ਵਿੱਚ ਜਿਹੜੇ ਪੋਲੀਟੀਸ਼ੀਅਨ ਨੇ ਉਹ ਲੋਕਾਂ ਦੇ ਬਿਹਾਫ ਦੇ ਉੱਪਰ ਜਦੋਂ ਡਿਸੀਜਨ ਲੈਣ ਲੱਗ ਪੈਂਦੇ ਆ ਤਾਂ ਉਹ ਵੀ ਇੱਕ ਤਰ੍ਹਾਂ ਦਾ ਜਿਹੜਾ ਪ੍ਰਾਈਵੇਟ ਕੈਪੀਟਲਿਜ਼ਮ ਉਹਦੇ ਵਰਗੀ ਚੀਜ਼ ਬਣ ਜਾਂਦੀ ਹੈ ਔਰ ਰਸ਼ੀਆ ਦੇ ਵਿੱਚ ਅਨੂ ਜੀ ਬਿਲਕੁਲ ਐਵੇਂ ਹੋਇਆ ਜਿਹੜੇ ਓਲੀਗਾਰਕ ਜਿਹੜੇ ਸੈਂਟਰ ਮਾਸਕੋ ਦੇ ਵਿੱਚ ਜਿਨ੍ਹਾਂ ਨੇ ਲੈ ਕੇ ਔਰ ਇਹੀ ਸਵਾਲ ਅਨੂ ਜੀ ਬਹੁਤ ਵੱਡਾ ਖੜਾ ਹੁੰਦਾ ਹੈ ਕਿ ਅੱਜ ਦੀ ਜਿਹੜੀ ਡੈਮੋਕ੍ਰੇਸੀ ਹੈ ਉਹਦੇ ਤੇ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਲੱਗਦਾ ਹੈ ਕਿ ਜਿਹੜੇ ਅਸੀਂ ਪੋਲੀਟੀਸ਼ੀਅਨ ਇਲੈਕਟ ਕਰਕੇ ਭੇਜਦੇ ਆ ਉਹ ਤੁਹਾਡੇ ਵਾਸਤੇ ਡਿਸੀਜਨ ਲੈਂਦੇ ਆ ਦੁਨੀਆ ਦੇ ਉੱਪਰ ਵਾਰ ਲਈਆਂ ਜਾਂਦੀਆਂ ਜਿਹੜੀਆਂ ਲੋਕਾਂ ਦੇ ਬਿਲਕੁਲ ਮਰਜ਼ੀ ਦੇ ਬਿਲਕੁਲ ਖਿਲਾਫ ਹੁੰਦੀਆਂ ਨੇ ਸੋ ਇਹ ਸਾਰੇ ਸਿਸਟਮ ਦੇ ਵਿੱਚ ਇੱਕ ਬਹੁਤ ਵੱਡੀਆਂ ਸਵਾਲੀਆਂ ਨਿਸ਼ਾਨ ਨੇ ਬਹੁਤ ਵਧੀਆ ਇਹਨਾਂ ਦੀ ਗੱਲਬਾਤ ਬੜੇ ਨਵੇਂ ਇਹਨਾਂ ਨੇ ਸਵਾਲ ਖੜੇ ਕੀਤੇ ਆ ਸੋਚਣ ਵਾਸਤੇ ਸਾਡੇ ਲਈ I'm your host, Richard Wolff, and in the second half, and reminding you again that we're making this ਮੇਰਾ ਖਿਆਲ ਹੈ ਹਾਂਜੀ ਉਹ ਤਾਰ ਲੱਗੀ ਹੈ ਜਸਟ ਬਟਨ ਕਲਿੱਕ ਕਰਨ ਦੀ ਜ਼ਰੂਰਤ ਹੈ ਹਾਂਜੀ ਤੋ ਜਲਦ ਹੀ ਇਹਨੂੰ ਅਸੀਂ ਤੁਹਾਡੇ ਲਈ ਪਲੇ ਕਰਦੇ ਹਾਂ ਸੌਰੀ ਦੋਸਤੋ ਹੁੰਦਾ ਕੀ ਹੈ ਕਿ ਜਦੋਂ ਅਸੀਂ ਟ੍ਰੈਫਿਕ ਦੇ ਵਿੱਚ ਲੇਟ ਹੋ ਜਾਂਦੇ ਨਾ ਸੋ ਉਹਦੇ ਨਾਲ ਸਾਰਾ ਫਿਰ ਜਿਹੜੀ ਪ੍ਰੋਗਰਾਮ ਦੀ ਗੜਬੜ ਹੋ ਜਾਂਦੀ ਹੈ ਪਰ ਅਸੀਂ ਛੇਤੀ ਕੋਸ਼ਿਸ਼ ਕਰਦੇ ਹਾਂ ਤੁਹਾਡੀ ਉਹਨਾਂ ਨਾਲ ਗੱਲਬਾਤ I want to remind you again to use our websites rdwolf.com and democracyatwork.info to keep in touch with us, to sign up for our newsletters and make use literally of all the work that we regularly update to those websites. In today's second half of the program, I want to talk about capitalisms with a plural and socialisms in a plural. I want to talk about these two things because we live in a time when that's going to become more and more the big issue.
Let me explain what I mean. We clearly live in a capitalist economic system. We do that in the Western Europe, North America, Japan, but really on a global basis if you think about it. ਦੋਸਤੋ ਆਪਣੇ ਵਾਸਤੇ ਗੱਲ ਸਾਰਿਆਂ ਨੇ ਬਹੁਤ ਸਮਝਣੀ ਜ਼ਰੂਰੀ ਹੈ ਕਿ ਇਕੱਲਾ ਜਿਹੜਾ ਹੈ ਕੈਪੀਟਲਿਜ਼ਮ ਦਾ ਸਿਸਟਮ ਆ ਇਕੱਲਾ ਸਿਰਫ ਯੂਰਪ ਤੇ ਅਮਰੀਕਾ ਦੇ ਵਿੱਚ ਹੀ ਨਹੀਂ, ਇਹ ਸਾਰੀ ਦੁਨੀਆ ਦੇ ਵਿੱਚ ਬਿਲਕੁਲ ਇੱਕੋ ਹੀ ਤਰੀਕੇ ਦੇ ਨਾਲ ਇਹ ਕੰਮ ਕਰਨ ਦਾ ਤਰੀਕਾ, ਔਰ ਦੁਨੀਆ ਦੇ ਵਿੱਚ ਹੀ ਇਹੀ ਸਿਸਟਮ ਹੈ ਜਿਹੜਾ ਫੈਲ ਰਿਹਾ। ਦੂਸਰੀ ਗੱਲ ਥੋੜੀ ਸਰੋਤਿਆਂ ਨਾਲ ਇਹ ਵੀ ਗੱਲ ਸ਼ੇਅਰ ਕਰ ਲਈਏ ਕਿ ਯੂਰਪ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਚੇਂਜ ਆ ਰਹੀ ਹੈ, ਜਿਵੇਂ ਗ੍ਰੀਸ ਤੋਂ ਸ਼ੁਰੂ ਹੋਈ, ਸਪੇਨ ਦੀ ਅੱਜ ਦੀ ਖਬਰ, ਪਰ ਗ੍ਰੀਸ ਦੇ ਵਿੱਚ ਅਨੂ ਜੀ ਬਹੁਤੀ ਸਕਸੈਸ ਨਹੀਂ ਮਿਲ ਸਕੀ ਕਿਉਂਕਿ ਜਦੋਂ ਜਿਹੜੀ ਟਰੋਇਕਾ ਆ, ਜਿਹੜੀਆਂ ਅਮੀਰ ਕੰਟਰੀਆਂ ਨੇ ਯੂਰਪ ਦੀਆਂ, ਉਹ ਜਦੋਂ ਆ ਕੇ ਜਿਹੜੀ ਲੋਕਾਂ ਵੱਲੋਂ ਇਲੈਕਟ ਕੀਤੀ ਜਿਹੜੀ ਲੈਫਟ ਲੀਨਿੰਗ ਪਾਰਟੀ ਆ ਸਰੀਜ਼ਾ, ਉਹ ਬੇਸਿਕਲੀ ਆ ਕੇ ਉਹਨਾਂ ਨੂੰ ਬੁਲੀ ਕਰਦੀ ਹੈ ਵੀ ਤੁਸੀਂ ਸਾਡੀਆਂ ਸ਼ਰਤਾਂ ਮੰਨੋ। ਪਰ ਲੋਕਾਂ ਦਾ ਸੰਘਰਸ਼ ਨੂੰ ਜੀ ਬਿਲਕੁਲ ਖਤਮ ਨਹੀਂ ਹੋਇਆ। ਪਿਛਲੇ ਹਫ਼ਤੇ ਹੀ ਬਹੁਤ ਨੇਸ਼ਨ ਵਾਈਡ ਬਹੁਤ ਵੱਡੀ ਸਟ੍ਰਾਈਕ ਹੋਈ ਆ ਉੱਥੇ, ਕਿਉਂਕਿ ਲੋਕੀ ਝੁਕਣ ਨੂੰ ਤਿਆਰ ਨਹੀਂ ਹੈਗੇ। ਸੋ ਉਹ ਜਿਹੜਾ ਪ੍ਰੈਸ਼ਰ ਜਿੰਨਾ ਵੀ ਆ ਉਹ ਲੈਫਟ ਤੇ ਵੀ ਉਨਾ ਹੀ ਆ, ਰਾਈਟ ਤੇ ਵੀ ਉਹਨਾਂ ਤੇ ਲੈਫਟ ਤੇ ਵੀ ਉਨਾ ਹੀ ਪ੍ਰੈਸ਼ਰ ਲੋਕਾਂ ਦਾ ਹੋਣਾ ਚਾਹੀਦਾ। ਸੋ ਉਹਦੇ ਨਾਲ ਜਿੱਦਾਂ ਅਸੀਂ ਪ੍ਰੈਡਿਕਟ ਕਰਦੇ ਸੀਗੇ ਵੀ ਪੋਰਚੁਗਲ ਦੇ ਵਿੱਚ ਨੂੰ ਜੀ, ਹਾਂਜੀ ਹਾਂ, ਕੁਝ ਦਿਨ ਪਹਿਲੇ ਪੋਰਚੁਗਲ ਚ ਸੀਗੀ ਉਹਨਾਂ ਦੀ ਕੋalition ਹੈ ਲੈਫਟ, ਹਾਂਜੀ ਲੈਫਟ ਸੋਸ਼ਲਿਸਟ ਕਮਿਊਨਿਸਟ, ਔਰ ਉਸ ਤੋਂ ਬਾਅਦ ਸਪੇਨ ਦੀ ਹੈ ਜਿਹੜੀ ਉੱਥੋਂ ਦੀ ਲੈਫਟ ਰੈਡੀਕਲ ਪਾਰਟੀ, ਉਹ 20% ਵੋਟ ਮਿਲ ਚੁੱਕੀ, ਔਰ ਜਿਹੜਾ ਉੱਥੇ ਹੁਣ ਤੱਕ ਕਈ ਅਰਸੇ ਤੋਂ 2 ਪਾਰਟੀ ਸਿਸਟਮ ਚੱਲਿਆ ਆ ਰਿਹਾ ਸੀਗਾ ਉਹ ਟੁੱਟ ਗਿਆ ਇਸ ਵਾਲੀ ਇਲੈਕਸ਼ਨ ਚ। ਬਿਲਕੁਲ ਔਰ ਇਸ ਤੋਂ ਬਾਅਦ ਇਹਨੂੰ ਫੋਲੋ ਮੇਰੇ ਖਿਆਲ ਆਇਰਲੈਂਡ ਜ਼ਰੂਰ ਕਰੂਗਾ, ਹਾਂਜੀ ਸਾਨੂੰ ਪੂਰੀ ਉਮੀਦ ਵਾ। ਸੋ ਇਹ ਲੋਕੀ ਕਿੱਥੇ ਤੱਕ ਸਾਰੀ ਲੁੱਟ ਖਸੁੱਟ ਨੂੰ ਬਰਦਾਸ਼ਤ ਕਰਨਗੇ, ਕਿਤੇ ਨਾ ਕਿਤੇ ਜਿਹੜਾ ਸਿਸਟਮ ਹੈ ਆ, ਜਿਹੜੇ ਲੋਕ ਪੱਖੀ ਗੱਲ ਕਰਦਾ ਉਹਨੂੰ ਸਾਹਮਣੇ ਆਉਣਾ ਹੀ ਪਊਗਾ। ਸੋ ਉਧਰ ਦੂਜੇ ਪਾਸੇ ਨੂੰ ਜੀ ਅਮਰੀਕਾ ਦੇ ਵਿੱਚ ਵੀ ਬੜਾ ਆਪਾਂ ਨੂੰ ਕੇਅਰਫੁਲ ਹੋਣਾ ਪੈਣਾ ਕਿ ਜਦੋਂ ਰਾਈਟ ਵਿੰਗ ਲੈਫਟ ਦੀ ਗੱਲ ਕਰਦਾ ਹੈ, ਉਹ ਕਿਹੜੇ ਲੈਫਟ ਦੀ ਗੱਲ ਕਰਦਾ ਹੈ? ਉਹ ਲੈਫਟ ਦੀ ਗੱਲ ਕਰਦਾ ਜਦੋਂ ਉਹਨਾਂ ਦੀ ਬਦਖੂਈਆਂ ਕਰਦਾ ਹੈ, ਉਹ ਲੈਫਟ ਜਿਹੜਾ ਇੱਥੇ ਜਿੱਦਾਂ ਸਾਡੀ ਲੇਬਰ ਹੈ ਮੇਰਾ ਖਿਆਲ ਇਸ ਲਈ ਮੈਨੂੰ ਕਦੀ ਵੀ ਖੱਬੇ ਪੱਖੀ ਜਾਂ ਲੈਫਟ ਵਿੰਗ ਇੱਕ ਅਪਰੋਪਰੀਏਟ ਡਿਸਕ੍ਰਿਪਸ਼ਨ ਨਹੀਂ ਲੱਗਦੀ, ਲੋਕ ਪੱਖੀ ਜ਼ਿਆਦਾ ਸਹੀ ਡਿਸਕ੍ਰਿਪਸ਼ਨ ਹੈ। ਹਾਂਜੀ, ਉੱਥੇ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈ ਬਰਨੀ ਸੈਂਡਰਸ, ਉਹ ਆਪਣੇ ਆਪ ਨੂੰ ਸੋਸ਼ਲਿਸਟ ਕਹਿੰਦਾ, ਔਰ ਦੋਸਤੋ ਕਿਸੇ ਵੀ ਪੱਖੋਂ ਉਹ ਬੰਦਾ ਸੋਸ਼ਲਿਸਟ, ਹਾਂ ਉਹ ਯੂਨੀਅਨ ਦੀ ਗੱਲ ਕਰਦਾ ਹੈ ਜਾਂ ਜਿਹੜੇ ਉੱਥੋਂ ਨੂੰ ਜਦੋਂ ਮਿਨੀਮਮ ਵੇਜ ਮਿਲਣੀ ਚਾਹੀਦੀ ਹੈ, ਕਿਸੇ ਹੱਦ ਤੱਕ ਉਹ ਗੱਲਾਂ ਸਾਰੀਆਂ ਠੀਕ ਨੇ, ਪਰ ਜਦੋਂ ਫੋਰਨ ਪਾਲਿਸੀ ਦੀ ਗੱਲ ਆਉਂਦੀ ਹੈ, ਦੁਨੀਆ ਦੇ ਉੱਪਰ ਵਾਰ ਦੀ ਗੱਲ ਆਉਂਦੀ ਹੈ, ਫਲਸਤੀਨ ਦੀ ਗੱਲ ਆਉਂਦੀ ਹੈ, ਜਿਹੜੀਆਂ ਕੋਰਪੋਰੇਸ਼ਨ ਬਾਹਰ ਜਾ ਕੇ ਲੋਕਾਂ, ਉੱਥੇ ਉਹ ਬਿਲਕੁਲ ਜਿਹੜਾ ਕੋਰਪੋਰੇਟ ਸੈਕਟਰ ਹੈ, ਜਿਹੜਾ ਸਰਮਾਏਦਾਰੀ ਹੈ, ਉਹਨਾਂ ਦੇ ਨਾਲ ਆ। ਅਸੀਂ ਟੋਨੀ ਬਲੇਅਰ ਨੂੰ ਵੇਖਿਆ ਇੰਗਲੈਂਡ ਦੇ ਵਿੱਚ, ਮਤਲਬ ਮੈਂ ਕਹਿੰਦਾ ਰਾਈਟ ਤੋਂ ਵੀ ਰਾਈਟ ਜਾ ਕੇ ਉਹਨੇ ਸਾਰੇ ਕੰਮ ਉਹ ਕੀਤੇ। ਜਿਹੜਾ ਪਾਰਟੀ ਕੋਈ ਵੀ ਹੋਏ, ਅਗਰ ਉਹਦੀਆਂ ਪਾਲਿਸੀਜ਼ ਤੇ ਉਹਦੇ ਐਕਸ਼ਨਸ ਲੋਕਾਂ ਦੇ ਹੱਕ ਵਿੱਚ ਨਹੀਂ ਭੁਗਤਦੇ ਤਾਂ ਕੋਈ ਵਧੀਆ ਪਾਰਟੀ ਉਹਨੂੰ ਨਹੀਂ ਕਿਹਾ ਜਾ ਸਕਦਾ। ਹਾਂਜੀ, ਦੂਸਰੇ ਚਾਹੇ ਉਹ ਖੱਬੇ ਨੇ, ਚਾਹੇ ਉਹ ਕਮਿਊਨਿਸਟ ਹੈ, ਨਾ ਕੋਈ ਵੀ ਹੋਵੇ ਉਹਦਾ। ਨਹੀਂ ਵੈਸੇ ਵੀ ਜਿਹੜੇ ਮੇਨ ਸਟ੍ਰੀਮ ਜਿਹੜਾ ਅਟੈਕ ਕੀਤਾ ਜਾਂਦਾ ਕਿ ਉਹ ਜੋ ਲੈਫਟ ਕੀ ਕਰਦੇ ਪਏ, ਉਹ ਲੈਫਟ ਹੈ ਹੀ ਨਹੀਂ। ਹਾਂ, ਉਹ ਹੈ ਹੀ ਨਹੀਂ। ਹੁਣ ਆਪਣੇ ਪੰਜਾਬ ਦੀ ਨੂੰ ਜੀ ਸਭ ਤੋਂ ਵਧੀਆ ਐਗਜ਼ਾਮਪਲ ਹੈ ਕਿਸਾਨੀ ਘੋਲ ਦੇ ਵਿੱਚ, ਜਿਹਦੇ ਵਿੱਚ ਸਾਰੇ 24 ਦੇ 24 ਜਿਹੜੀਆਂ ਖੱਬੇ ਪੱਖੀ ਪਾਰਟੀਆਂ ਨੇ, ਉਹਨਾਂ ਨੇ ਹੀ ਸਾਰਾ ਸੰਘਰਸ਼ ਲੜਿਆ ਇਹ। ਹਾਂਜੀ, but that capitalism is in deep crisis and has been, particularly since 2008, a crisis that's far from over. And in the crisis of capitalism, what is happening now is what has happened in previous crises of capitalism, namely more and more people are questioning. ਦੋਸਤੋ, ਇਹ 1896-97 ਦੇ ਵਿੱਚ ਹੀ ਕਾਰਲ ਮਾਰਕਸ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਇਹ ਸਿਸਟਮ ਆ ਜਿਹੜਾ ਇਹ ਖਤਮ ਹੋਊਗਾ ਹੀ ਹੋਊਗਾ। ਇਹ ਹੌਲੀ ਹੌਲੀ ਇਹ ਆਪਣੀ ਕਬਰ ਆਪੇ ਹੀ ਪੁੱਟ ਰਿਹਾ ਹੈ, ਕਿਉਂਕਿ ਜਿਹੜਾ ਝੂਠ ਹੋਆ ਕਿ ਇਸ ਹੱਦ ਤੱਕ ਇਹ ਜਿਹੜੇ ਨੈਚੁਰਲ ਰਿਸੋਰਸਿਸ ਨੇ, ਜਿਹੜੇ ਕੁਦਰਤੀ ਸਰੋਤ ਨੇ, ਕਿਉਂਕਿ ਜੇ ਮੰਨ ਲਓ ਨਿਊਜ਼ੀਲੈਂਡ ਦੇ ਵਿੱਚ ਇਹ ਕੰਪਨੀ ਜਾਂ ਸਿਸਟਮ ਜ਼ਿਆਦਾ ਪ੍ਰੋਫਿਟ ਨਹੀਂ ਬਣਾਉਂਦਾ, ਇਹ ਪ੍ਰੋਡਕਸ਼ਨ ਸ਼ਿਫਟ ਕਰਕੇ ਇੰਡੋਨੇਸ਼ੀਆ ਲੈ ਕੇ ਜਾਂਦੇ, ਇੰਡੋਨੇਸ਼ੀਆ ਤੋਂ ਇੰਡੀਆ ਲੈ ਕੇ ਜਾਣਗੇ, ਚਾਈਨਾ 'ਚ ਲੈ ਕੇ ਜਾਣਗੇ, ਕਿ ਇਸ ਹੱਦ ਤੱਕ ਇਹ ਨੈਚੁਰਲ ਸਰੋਤਾਂ ਦੀ ਜਿਹੜੀ ਉਹ ਲੁੱਟ ਸੁੱਟ ਕਰ ਦੇਣਗੇ, ਲੋਕਾਂ ਦੀ ਲੁੱਟ ਸੁੱਟ, ਇਹ ਖਤਮ ਹੋਊਗਾ ਹੀ ਹੋਊਗਾ। ਇਹ ਆਪਣੀ ਜਿਹੜੀ ਕਬਰ ਵਾ ਇਹ ਆਪੇ ਹੀ ਪੁੱਟ ਰਿਹਾ। Whether capitalism really is the system we want, whether there are alternatives, what the benefits and costs might be of shifting from capitalism to an alternative,
those questions are becoming more and more important to more and more people as the ਸੋ ਦੋਸਤੋ ਸਭ ਤੋਂ ਉਹ ਕਹਿੰਦੇ ਨੇ ਵੀ ਹੁਣ ਗੱਲ ਟੱਲੀ ਕੌਣ ਬੰਨੂਗਾ ਕਿਉਂਕਿ ਅਸੀਂ ਪ੍ਰੋਬਲਮ ਦੀ ਹਮੇਸ਼ਾ ਨੂੰ ਜੀ ਗੱਲ ਕਰਦੇ ਹਾਂ ਕਿ ਸਾਡੇ ਸਾਹਮਣੇ ਆਲਟਰਨੇਟਿਵ ਕੀ ਹੈ ਕਿਹੜਾ ਸਿਸਟਮ ਆਲਟਰਨੇਟਿਵ ਹੈ ਜਿਹਦੇ ਵਿੱਚ ਅਸੀਂ ਇਹਨੂੰ ਛੱਡ ਕੇ ਜਿੱਦਾਂ ਫਿਊਡਲਿਜ਼ਮ ਤੋਂ ਬਾਅਦ ਜਗੀਰਦਾਰੀ ਸਿਸਟਮ ਤੋਂ ਬਾਅਦ ਕੈਪੀਟਲਿਜ਼ਮ ਆਇਆ ਇਹਨਾਂ ਨੇ ਪ੍ਰਾਈਵੇਟ ਪ੍ਰਾਪਰਟੀ ਦਾ ਸਿਧਾਂਤ ਸਾਨੂੰ ਦਿੱਤਾ ਹੈ ਵੀ ਉਹ ਉਹਨਾਂ ਨੂੰ ਬਹੁਤ ਵਧੀਆ ਹੋਊਗਾ ਤੇ ਇਹ ਬਿਲਕੁਲ ਸ਼ੁਰੂ ਦੇ ਵਿੱਚੋਂ ਹੀ ਇਹ ਵੱਖਰਾ ਅਸੀਂ ਮਸਲਾ ਪਹਿਲਾਂ ਵੀ ਡਿਸਕਸ ਕੀਤਾ ਸੀਗਾ ਪਰ ਇਸ ਤੋਂ ਬਾਅਦ ਕਿਹੋ ਜਿਹਾ ਸਿਸਟਮ ਦੀ ਸਾਨੂੰ ਆਸ ਕਰਨੀ ਚਾਹੀਦੀ ਹੈ ਕਿਹੋ ਜਿਹੇ ਸਿਸਟਮ ਵਾਸਤੇ ਸਾਨੂੰ ਉਹਦੇ ਵਾਸਤੇ ਸੰਘਰਸ਼ ਕਰਨਾ ਚਾਹੀਦਾ Capitalism we're living in delivers fewer and fewer goods to fewer and fewer of our people and makes more and more problems for the majority. So let's take a look at capitalism and its earlier critics and where socialism fits in on all of this. Well, capitalism is 300 years old, more or less. It arrives in England first. Interesting, but we don't have the time to deal with that today. It arrives in England in the 17th and 18th century, expands to Northern Europe and Western Europe in the 18th century, and becomes a kind of global. ਸੋ ਦੋਸਤੋ ਇਹ ਜਿਹੜਾ ਸਿਸਟਮ ਆ ਉਹ 250-300 ਸਾਲ ਪਹਿਲਾਂ ਇੰਗਲੈਂਡ ਦੇ ਵਿੱਚ ਸ਼ੁਰੂ ਹੁੰਦਾ ਜਿਹਦੇ ਵਿੱਚ ਅਸੀਂ ਪਹਿਲਾਂ ਡਿਟੇਲ ਡਿਸਕਸ਼ਨ ਕਰ ਚੁੱਕੇ ਹਾਂ ਐਡਮ ਸਮਿਥ ਦੀ ਜਿਹੜੀਆਂ ਕਿਤਾਬਾਂ ਨੇ ਦ ਵੈਲਥ ਆਫ ਦ ਨੇਸ਼ਨ ਮਨੀ ਮਕੈਨਿਕਸ ਇਹੋ ਜਿਹੀਆਂ ਉਹ ਫਿਊਡਲਿਜ਼ਮ ਤੋਂ ਉਹ ਕਹਿੰਦੇ ਵੀ ਜਿਹੜਾ ਫ੍ਰੀ ਮਾਰਕੀਟਡ ਸਿਸਟਮ ਆ ਜਿਹਦੇ ਵਿੱਚ ਤੁਸੀਂ ਫ੍ਰੀ ਹੋਵੋਗੇ ਬਿਜ਼ਨਸ ਕਰਨ ਵਾਸਤੇ ਜਿਹਦੇ ਵਿੱਚ ਜਿਹਨੂੰ ਕਾਰਲ ਮਾਰਕਸ ਨੂੰ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਕਿ ਇਹ ਕੁਝ ਵੀ ਫ੍ਰੀ ਨਹੀਂ ਹੈਗਾ ਜਿਹੜਾ ਮੀਨਸ ਆਫ ਪ੍ਰੋਡਕਸ਼ਨ ਵਾ ਉਹਦੇ ਵਾਸਤੇ ਕਿ ਇਹ ਜਿਹੜੀ ਫ੍ਰੀ ਮੰਡੀ ਦੇ ਵਿੱਚ ਜਿੱਥੇ ਮਾਲ ਆ ਰਿਹਾ ਆ ਉਹਦਾ ਮੀਨਸ ਆਫ ਪ੍ਰੋਡਕਸ਼ਨ ਆ ਉਹਨੂੰ ਕਿਵੇਂ ਬਣਾਇਆ ਜਾ ਰਿਹਾ ਹੈ ਉਹਨੂੰ ਤੁਸੀਂ ਸਾਰੇ ਨੂੰ ਮਾਈਨਸ ਕਰਦੇ ਪਏ ਹੋ ਇਹ ਕੋਈ ਵੀ ਬਿਲਕੁਲ ਫ੍ਰੀ ਸਿਸਟਮ ਨਹੀਂ ਹੈਗਾ ਸੋ ਇਹਨਾਂ ਨੇ ਐਡਮ ਸਮਿਥ ਜੌਨ ਲੌਕ ਰਿਕਾਰਡੋ ਇਹ ਜਿਹੜੇ ਲੋਕ ਨੇ ਜਿਨ੍ਹਾਂ ਨੇ ਇਹ ਸਿਸਟਮ ਨੂੰ ਸ਼ੁਰੂ ਕੀਤਾ ਜੀ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੈ ਅਗਲੇ ਸੋਮਵਾਰ ਦੁਬਾਰਾ ਮੁਲਾਕਾਤ ਹੋਏਗੀ ਹੁਣ ਲਈਏ ਇਜਾਜ਼ਤ ਅਲਵਿਦਾ ਦੋਸਤੋ ਸਲਾਮ ਆਖਦਾ सुनना न भूलना रेडियो इनकलाब हर सोमवार शाम 5 बजे प्लैनेट 104.6 FM ते ਜਾਂ ਫਿਰ ऑनलाइन किसी भी वक्त planetaudio.org.nz/radioinkilab